ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਹਮ ਅਵਗੁਣ ਭਰੀ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਹੀ। ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਲੰਤ ਜਮ ਤਰਾਸ ਮਟਾਈ। ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਨੇ ਬੜੀ ਅਪਾਰ ਕਿਰਪਾ ਕੀਤੀ ਹੈ। ਸਾਡੇ ਕਲਯੁਗ ਜੀਵਾਂ ਨੂੰ ਪ੍ਰੇਰ ਕਰਕੇ ਹਾਜ਼ਰ ਨਾਜ਼ਰ ਜਾਗਦੀ ਜੋਤ ਚਬਰੋਂ ਤਖਤੋਂ ਕੇ ਮਾਲਕ ਸ਼ਬਦ ਗੁਰੂ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਜਿੱਥੇ ਆਪਣੇ ਚਰਨਾਂ ਦੇ ਵਿੱਚ ਬੈਠ ਕਰਕੇ ਸਤਸੰਗ ਕਰਨ, ਸੰਗਰਾਂਦ ਦੇ ਪਵਿੱਤਰ ਦਿਹਾੜੇ 'ਤੇ ਸਾਵਨ ਮਹੀਨੇ ਦੀਆਂ ਖੁਸ਼ੀਆਂ, ਗੁਰੂ ਦੇ ਗੋਹਜ ਗਿਆਨ, ਗੁਰੂ ਦੇ ਸ਼ਬਦ ਦੇ ਵਿੱਚੋਂ ਮਹਾਨ ਗਿਆਨ ਦੀ ਪ੍ਰਾਪਤੀ ਵਾਸਤੇ, ਆਪਣੇ ਜੀਵਨ ਦੇ ਵਿੱਚ ਇਸ ਗਿਆਨ ਨੂੰ ਇੰਪਲੀਮੈਂਟ ਕਰਨ ਵਾਸਤੇ ਆਪ ਰੱਬ ਵਰਗੀਆਂ ਰੂਹਾਂ ਗੁਰਦੇਵ ਦੇ ਚਰਨਾਂ ਵਿੱਚ ਸਵਾਇਮਾਨ ਹੋ ਸਾਰੀ ਸੰਗਤ ਬੜੇ ਪਿਆਰ ਨਾਲ ਫਤਿਹ ਦੀ ਸਾਂਝ ਪਾਓ, ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜਿਹੜੀਆਂ ਰੂਹਾਂ ਆਤਮ ਮਾਰਗ 'ਤੇ ਤੁਰ ਰਹੀਆਂ ਨੇ, ਆਤਮ ਮਾਰਗ ਦੇ ਵਿੱਚ ਜੋ ਸਾਡੇ ਜੀਵਨ ਦੇ ਵਿੱਚ ਜੋ ਅਸੀਂ ਖੁਦ ਨੇ ਤੋਰਿਆ ਹੈ, ਜੋ ਇਹਦੀਆਂ ਰੁਕਾਵਟਾਂ ਨੇ, ਮੁਸ਼ਕਲਾਂ ਨੇ, ਕਠਿਨਾਈਆਂ ਨੇ, ਉਹਨਾਂ ਨੂੰ ਅੱਗੇ ਤੋਰਨਾ ਹੁੰਦਾ ਹੈ। ਤੋ ਉਹਨਾਂ ਨੈਗੇਟਿਵਿਟੀ ਨੂੰ ਜਿਹੜਾ ਜੀਵ ਹੈ ਇਹ ਪਰੇ ਧੱਕੀ ਜਾਂਦਾ ਹੈ। ਜਿਹੜੀ ਪੋਜ਼ੀਟਿਵਿਟੀ ਹੈ ਉਹਨੂੰ ਇਕੱਤਰ ਕਰੀ ਜਾਂਦਾ ਹੈ। ਇਸ ਤਰ੍ਹਾਂ ਜਿਤਨੇ ਵੀ ਭਗਤ ਹੋਏ ਹੈ, ਗੁਰੂ ਸਾਹਿਬਾਨ, ਭੱਟ, ਇਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਕਿ ਜਿਨ੍ਹਾਂ ਨੂੰ ਵੀ ਪਰਮੇਸ਼ਰ ਮਿਲਿਆ ਉਹਨਾਂ ਨੂੰ ਸਤਸੰਗ ਦੇ ਵਿੱਚੋਂ ਮਿਲਿਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਵੈਸੇ ਵੀ ਜਿਹੜੇ ਬਾਹਰ ਜਗਿਆਸੂ ਨੇ, ਆਪਾਂ ਫਿਲਾਸਫਰ ਵੀ ਕਹਿ ਦਿੰਦੇ ਹਾਂ ਵੀ ਫਿਲਾਸਫਰ ਨੇ, ਦੁਨੀਆ ਦੀ ਗਿਣਤੀ ਮਿਣਤੀ ਦੇ ਫਿਲਾਸਫਰ ਨੇ, ਚਿੰਤਨ ਜਿਨ੍ਹਾਂ ਨੇ ਕੀਤਾ ਹੈ ਥਿਓਰੀਟੀਕਲ, ਜਿਹੜਾ ਇਹ ਦੁਨੀਆ ਨੂੰ ਸਮਝੇ। ਪਲੂਟੋ ਵਰਗੇ, ਸੁਕਰਾਤ ਵਰਗੇ, ਮਕਾਲਫ ਵਰਗੇ, ਡਾਕਟਰ ਨਿਤਸੇ ਵਰਗੇ,
ਔਰ ਇਹਨਾਂ ਨੂੰ ਗਿਣਤੀ 'ਚ ਲਿਆ ਜਾਂਦਾ ਹੈ। ਆਪਾਂ ਨੂੰ ਵੀ ਮਾਣ ਹੈ ਕਿ ਡਾਕਟਰ ਭੀਮ ਰਾਓ ਅੰਬੇਦਕਰ ਜਿਹੜੇ ਵਿਸ਼ਵ ਦੇ ਵਿੱਚੋਂ ਸਭ ਤੋਂ ਵੱਧ ਪੜ੍ਹੇ ਪਹਿਲੇ ਨੰਬਰ 'ਤੇ ਜਿਨ੍ਹਾਂ ਦਾ ਨਾਂ ਆਉਂਦਾ ਹੈ, ਉਹ ਵੀ ਇਹਨਾਂ ਵਿੱਚੋਂ ਜਿਹੜਾ ਡਾਕਟਰ ਨਿਤਸੇ ਆ, ਕਿਉਂਕਿ ਬੁੱਧੀਜੀਵੀ ਬੈਠੇ ਹੋ, ਉਹਦੀ ਝਲਕ ਮੈਂ ਦਰਬਾਰ 'ਚੋਂ ਵੇਖ ਰਿਹਾ ਸੀ। ਕਿਉਂਕਿ ਸਕੂਲ ਜਿਹੜਾ ਹੁੰਦਾ ਹੈ, ਉਹਦਾ ਜਿਹੜਾ ਮੁਖੀ ਹੁੰਦਾ ਹੈ, ਪ੍ਰਿੰਸੀਪਲ ਲੈ ਲਓ, ਉਹਦੀ ਵਿਚਾਰ ਦੇ ਦੁਆਲੇ ਸਕੂਲ ਦੀ ਪ੍ਰੋਗਰੈਸਿਵ ਰਿਪੋਰਟ ਆਉਂਦੀ ਹੈ। ਇਸੇ ਤਰ੍ਹਾਂ ਜੋ ਗੁਰੂ ਘਰ ਹੈ, ਉਹਦੇ ਮੁਖੀ, ਉੱਥੋਂ ਦੀ ਪ੍ਰਬੰਧਕ ਕਮੇਟੀ ਜਾਂ ਗੁਰੂ ਘਰ ਦੇ ਵਜ਼ੀਰ ਸਾਹਿਬਾਨ, ਜਿਨ੍ਹਾਂ ਦਾ ਨਾਮ ਵੀ ਬੜਾ ਪਿਆਰਾ ਬਾਬਾ ਗੁਰਮੁਖ ਸਿੰਘ ਜੀ, ਜਿਨ੍ਹਾਂ ਦੀ ਸ਼ੋਭਾ ਮੈਂ, ਮੇਰੇ ਨਾਨਕੇ ਨੇ ਮਲਕਪੁਰ ਤੋਂ ਅੱਗੇ ਘਨੌਲੀ ਹੈ, ਮੈਂ ਉੱਥੇ ਇਹਨਾਂ ਦੀ ਸ਼ੋਭਾ ਬੜੀ ਸੁਣੀ ਹੈ। ਉੱਥੇ ਬੜੇ ਵਧੀਆ ਇਹਨਾਂ ਦੇ ਇਹ ਮਾਰਗ ਚੱਲ ਰਹੇ ਨੇ। ਉਹਨਾਂ ਦੀ ਝਲਕ ਜਿਹੜੀ ਮੈਂ ਅੱਜ ਵੇਖੀ ਹੈ ਕਿ ਮੇਰੀਆਂ ਸਤਿਕਾਰਯੋਗ ਧੀਆਂ, ਮਾਤਾਵਾਂ, ਭੈਣਾਂ ਗੁਰੂ ਦੀ ਬਾਣੀ ਪੜ੍ਹ ਰਹੀਆਂ ਸੀ। ਰਹਿ ਰਾਸ ਦਾ ਪਾਠ ਬੜੇ ਪਿਆਰ ਨਾਲ ਹੋ ਰਿਹਾ ਸੀ। 12 ਮਾਹਾਂ ਦੀ ਪਾਵਨ ਬਾਣੀ ਦਾ ਉਚਾਰਨ ਬੜੇ ਸ਼ੁੱਧ ਢੰਗ ਨਾਲ ਸਤਿਕਾਰਯੋਗ ਭੈਣ ਕਰ ਰਹੀ ਸੀ। ਇੱਥੇ ਡਾਕਟਰ ਨਿਤਸੇ ਕਹਿੰਦੇ ਨੇ ਕਿ ਜਿਸ ਸਮਾਜ ਦੀ, ਜਿਸ ਦੇਸ਼ ਦੀ ਇਸਤਰੀ ਨਾਰੀ ਪੜ੍ਹੀ ਲਿਖੀ ਹੋਵੇਗੀ, ਉਹ ਦੇਸ਼ ਅਗਾਂਹ ਵਧੂ ਹੋਏਗਾ, ਉਹ ਦੇਸ਼ ਡਿਵੈਲਪਮੈਂਟ ਕਰੇਗਾ, ਉਹ ਘਰ ਤਰੱਕੀ ਕਰੇਗਾ। ਇਸ ਕਰਕੇ ਜੇ ਮਾਵਾਂ ਦੇ ਰਸਨਾ ਦੇ ਉੱਤੇ ਮੇਰੇ ਸਾਹਿਬ ਦੀ ਬਾਣੀ ਆ ਗਈ ਤਾਂ ਸਮਝੋ ਉਹਦੀਆਂ 5 ਕੁੱਲਾਂ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ, ਜਿਨ੍ਹਾਂ ਦੀ ਸੰਪਰਦਾ ਵਿੱਚੋਂ ਦਾਸ ਹੈ, ਉਹਨਾਂ ਤੋਂ ਬਰੋਸਾਈ ਸੀ ਮਹਾਂਪੁਰਸ਼ ਬਾਬਾ ਸਾਧੂ ਰਾਮ ਜੀ ਦਾਸ ਦੇ ਦਾਦਾ ਜੀ। ਫਿਰ ਪਿਤਾ ਜੀ 1992 ਤੋਂ ਦਾਸ ਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ, ਸੰਗਤਾਂ ਦੇ ਚਰਨਾਂ ਦੇ ਜੋੜੇ ਝਾੜਨ ਦਾ ਸਮਾਂ ਮਿਲਿਆ। ਔਰ ਉਹ ਕਿਹਾ ਕਰਦੇ 5 ਕੁੱਲਾਂ ਨੂੰ ਇੱਕ ਬੀਬੀ, ਜੇ ਉਹ ਐਜੂਕੇਟਡ ਆ, ਜਿਵੇਂ ਪਹਿਲਾਂ ਉਹ ਪੇਕੇ ਘਰ ਰਹਿੰਦੀ ਹੈ, ਉਹਨੂੰ ਰਸਨਾਉਂਦੀ ਹੈ, ਫਿਰ ਉਹ ਵਿਆਹੀ ਜਾਂਦੀ ਹੈ, ਸਹੁਰੇ ਘਰ ਨੂੰ ਰਸਨਾਉਂਦੀ ਹੈ, ਤੀਜਾ ਜਦੋਂ ਉਹਦੀ ਗੋਦ ਭਰਦੀ ਹੈ, ਆਪਣੇ ਬੱਚਿਆਂ ਨੂੰ ਰਸਨਾਉਂਦੀ ਹੈ, ਚੌਥਾ ਦਾਦੀ ਦੇ ਰੂਪ ਵਿੱਚ ਆ ਕੇ ਆਪਣੇ ਪੋਤੇ ਪੋਤੀਆਂ ਨੂੰ ਰਸਨਾਉਂਦੀ ਹੈ, ਤੇ ਪੰਜਵਾਂ ਜਦੋਂ ਧੀ ਭੈਣ ਵਿਆਹੀ ਜਾਂਦੀ ਹੈ, ਨਾਨੀ ਦੇ ਰੂਪ ਵਿੱਚ ਆਪਣੇ ਦੋਤੇ ਦੋਤੀਆਂ ਨੂੰ ਪੜ੍ਹਾਉਂਦੀ ਹੈ। ਮਤਲਬ ਇੱਕ ਬੀਬੀ 5 ਕੁੱਲਾਂ ਨੂੰ ਤਾਰ ਦਿੰਦੀ ਹੈ। ਉਹੀ ਬੀਬੀ ਅਨਪੜ੍ਹ ਰਹਿ ਜਾਏ ਤੇ ਤੁਸੀਂ ਹੁਣ ਬਾਕੀ ਅੰਦਾਜ਼ਾ ਲਾ ਹੀ ਸਕਦੇ ਹੋ ਵੀ 5 ਕੁੱਲਾਂ ਦਾ ਜਿਹੜਾ ਉਹ ਨੁਕਸਾਨ ਹੋ ਗਿਆ। ਇਸ ਕਰਕੇ ਇੱਥੇ ਮੈਂ ਵੇਖ ਰਿਹਾ, ਕਿਉਂਕਿ ਜੋ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਨੇ ਵਿਰਲੇ ਹੁੰਦੇ ਆ ਕਿ ਆਪਣੇ ਜਿਹੇ ਹੋਰਾਂ ਨੂੰ ਤਿਆਰ ਕਰਨਾ। ਆਪ ਜਪੈ ਅਵ ਰਹਿ ਨਾਮ ਜਪਾਵੈ, ਕਹਿਣਾ ਸੌਖਾ ਹੈ, ਆਪਦੇ ਵਰਗੇ ਪੈਦਾ ਕਰਨਾ, ਪਾਠੀ ਸਿੰਘ ਪੈਦਾ ਕਰਨੇ, ਕਥਾਵਾਚਕ ਪੈਦਾ ਕਰਨੇ। ਹੁਣ 100 ਦੇ ਨੇੜੇ ਬੀਬੀਆਂ ਤੇ ਵੀਰਾਂ ਨੂੰ ਸੰਥਿਆ ਦੇ ਕੇ ਉਹਨਾਂ ਨੂੰ ਸ਼ਬਦ ਦਾ ਗਿਆਨ ਦੇਣਾ, ਤੇ ਉਹ 100 ਅੱਗੇ ਕਿੰਨਿਆਂ ਨੂੰ ਤਿਆਰ ਕਰਦੇ ਨੇ। ਮੈਨੂੰ ਲੱਗਦਾ ਜਿਹੜੀ ਇਹ ਸਾਰੀ ਤੁਹਾਡੀ ਧਰਤੀ ਹੈ, ਇੱਥੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਈ, ਕੋਈ ਸੇਵੈ ਗਸਈਆਂ, ਕੋਈ ਅੱਲਾਹੀ। ਜਿੱਥੇ ਨਾਮ ਦੀਆਂ ਗੂੰਜਾਂ ਪੈ ਗਈਆਂ, ਬਰਕਤਾਂ ਆਉਂਦੀਆਂ। ਇਸ ਕਰਕੇ ਮੇਰਾ ਮਨ ਬੜਾ ਖੁਸ਼ ਹੋਇਆ। ਬੇਸ਼ੱਕ ਮੈਂ ਦੂਜੀ ਵਾਰ ਇਸ ਸਟੇਜ ਨੂੰ ਨਮਸਕਾਰ ਕਰਨ ਵਾਸਤੇ ਤੁਹਾਡੇ ਦਰਸ਼ਨ ਕਰ ਰਹੇ ਹਾਂ, ਕਿਉਂਕਿ ਜਿਹੜਾ ਸਤਸੰਗਤ ਹੈ, ਵੈਸੇ ਵੀ ਇੱਕ ਸਾਧਕ ਪੁਰਸ਼ ਨੇ, ਬਾਹਰ ਬੜੇ ਐਸੇ ਲੋਕ ਬੈਠੇ ਆ, ਐਸੇ ਸਾਧਕ ਪੁਰਸ਼ ਬੈਠੇ ਆ ਜਿਨ੍ਹਾਂ ਨੇ ਬੜਾ ਡੂੰਘੀ ਵਿਚਾਰ ਕੀਤੀ ਹੈ। ਉਹਨਾਂ ਨੇ
ਔਰ ਗੁਰਮੁਖ ਪਿਆਰਿਓ, ਇੱਕ ਸਾਧਕ ਪੁਰਸ਼ ਨੇ ਬੜਾ ਥੋੜੇ ਜਿਹੇ ਸ਼ਬਦਾਂ 'ਚ ਬੜਾ ਕੁਝ ਕਿਹਾ ਹੈ। ਉਹ ਕਹਿੰਦੇ ਨੇ, ਇੰਦਰ ਕੀ ਏਕ ਘੜੀ, ਇੰਦਰ ਕੀ ਏਕ ਘੜੀ, ਕੁਆਂ 12 ਮਾਸ, ਸਤ ਸੰਗਤ ਕੀ ਆਧੀ ਘੜੀ, ਸਿਮਰਨ ਵਰਸ 50। ਇੰਦਰ ਆ ਮੀਂਹ ਪੈ ਰਿਹਾ, ਤੁਸੀਂ ਦੇਖਦੇ ਹੋ। ਇੱਕ ਘੜੀ ਮੀਂਹ ਇੰਦਰ ਪਾ ਦੇਵੇ। ਇੰਦਰ ਤਾਂ ਕਾਹਨੂੰ ਪਾਉਂਦਾ ਹੈ? ਪਾਉਂਦਾ ਤਾਂ ਪਰਮੇਸ਼ਰ ਹੀ ਹੈ। ਗੁਰੂ ਕਹਿੰਦਾ ਹੈ, ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਇਹ ਮੀਂਹ ਬਾਹਰਲਾ ਜੇ ਕਿਸੇ ਦੇ ਅੰਦਰ ਪੈਣ ਲੱਗ ਜੇ, ਜਿਹੜਾ ਸਾਵਣ ਮਹੀਨੇ ਵਿੱਚ ਦੱਸਿਆ, ਕਿਸੇ ਭਾਗਾਂ ਵਾਲੇ ਦੇ ਅੰਦਰ ਮੀਂਹ ਪੈਣ ਲੱਗ ਜੇ, ਜਿਹਨੂੰ ਬਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਬਾਜੇ ਕਲਾ ਜਿਤ ਕਰ ਧਾਰੀ। ਸਤਿਗੁਰੂ ਮਹਾਰਾਜ ਇੰਦਰ ਕੀ ਏਕ ਘੜੀ ਕਹਿੰਦੇ, ਇੱਕ ਉਦਾਹਰਨ ਦਿੱਤੀ ਹੈ ਵੀ ਇੱਕ ਘੜੀ ਮੀਂਹ ਪੈ ਜੇ, ਕੂਆਂ 12 ਮਾਸ ਤੇ 12 ਮਹੀਨੇ ਖੂਹ ਚੱਲਦਾ ਰਹੇ, ਤਾਂ ਉਹ ਇਕੁਅਲ ਟੂ ਹੁੰਦਾ ਹੈ। ਹੁਣ ਇੱਕ ਘੜੀ ਤੇ 12 ਮਾਸ ਦੀ ਗੱਲ ਹੈ। ਅਗਲੇ ਸਟੈਪ ਦੇ ਉੱਤੇ ਸਤ ਸੰਗਤ ਕੀ ਆਧੀ ਘੜੀ, ਕਹਿੰਦੇ ਸਤਸੰਗ ਦੇ ਵਿੱਚ ਆ ਕੇ ਗੁਰੂ ਪਾਤਸ਼ਾਹ ਪ੍ਰਕਾਸ਼ਮਾਨ ਹੋਣ, ਚੌਂਕੜਾ ਮਾਰ ਕੇ ਆਪਣੇ ਧਿਆਨ ਗੋਚਰੇ ਹੋ ਕੇ ਜਦੋਂ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਸੁਣਦਾ, ਵਿਚਾਰ ਕਰਦਾ ਤੇ ਉਹਨੂੰ ਮੰਨਣ ਦਾ ਸੰਕਲਪ ਲੈਂਦਾ ਹੈ, ਫਿਰ ਕਹਿੰਦੇ ਸਤਿਗੁਰੂ ਪਾਤਸ਼ਾਹ ਸਿਮਰਨ ਵਰਸ 50, ਅੱਧੀ ਘੜੀ ਸਤਸੰਗ ਵਿੱਚ ਬੈਠ ਕੇ ਸੁਣਨ ਦੇ ਨਾਲ ਕਿੱਡੀ ਪਾਵਰ ਹੈ। ਕਿਉਂ ਵੈਸੇ ਵੀ ਸੁਣਤੇ ਪਨੀਤ ਕਹਿਤੇ ਪਵਿੱਤ, ਸੁਣਨ ਵਾਲਾ ਜਿਹੜਾ 3 ਦਰਜੇ ਉੱਚਾ ਹੈ, ਸੁਣਾਉਣ ਵਾਲਾ 3 ਦਰਜੇ ਨੀਵਾਂ ਹੈ। ਕਿਉਂ? ਪਵਿੱਤਰ 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 ਪੁਨੀਤ, 3 ਵਾਰ ਪਵਿੱਤਰ ਕਹੋਗੇ, 1 ਵਾਰ ਪੁਨੀਤ ਕਹੋਗੇ। ਹੁਣ ਸੁਣਤੇ ਪਨੀਤ ਹੈ, ਸੁਣਤੇ ਪਨੀਤ ਕਹਿਤੇ ਪਵਿੱਤ। ਇਸ ਕਰਕੇ ਜਿਹੜਾ ਸਤ ਸੰਗਤ ਕੀ ਆਧੀ ਘੜੀ ਸਿਮਰਨ ਵਰਸ 50, 50 ਸਾਲਾਂ ਦੇ ਬਰਾਬਰ ਸਿਮਰਨ ਦੀ ਪਾਵਰ ਪ੍ਰੈਕਟੀਕਲ ਕਰੋਗੇ। ਕਿਉਂਕਿ ਦੇਖੋ, ਇੱਕ ਤਾਂ ਸੁਣੀ ਜਾਣਾ, ਪੜ੍ਹੀ ਜਾਣਾ, ਜੇ ਉਹਨੂੰ ਤੁਸੀਂ ਆਪਣੀ ਜ਼ਿੰਦਗੀ 'ਚ ਇੰਪਲੀਮੈਂਟ ਨਹੀਂ ਕਰੋਗੇ। ਹੁਣ ਕਿਰਤ ਕਰੋ ਦਾ ਸਿਧਾਂਤ ਦਿੱਤਾ ਗੁਰੂ ਪਾਤਸ਼ਾਹ ਨੇ, ਕਿਰਤ ਕਰੋ ਹੀ ਨਾ। ਫਿਰ ਅਗਲਾ ਸਿਧਾਂਤ ਨਾਮ ਜਪਣ ਦਾ ਦਿੱਤਾ ਹੈ। ਸਤਿਗੁਰ ਕਹਿੰਦੇ ਨੇ, ਜੇ ਤੂੰ ਸੱਚੀ ਕਿਰਤ ਨਹੀਂ ਕਰਦਾ, ਤੂੰ ਨਾਮ ਜਪ ਹੀ ਨਹੀਂ ਸਕਦਾ। ਨਾਮ ਜਪੋ। ਅਗਲਾ ਸਟੈਪ ਆਉਂਦਾ ਵੰਡ ਛਕੋ। ਇੱਥੇ ਵੰਡਣ ਦਾ ਮਨ ਇਹ ਹੈ ਕਿ ਜਿਹੜਾ ਗਿਆਨ ਤੇਰੇ ਕੋਲ ਆ, ਉਹ ਦੁਨੀਆ ਨੂੰ ਵੰਡ। ਜਿੱਥੇ ਤੱਕ ਤੂੰ ਪਹੁੰਚ ਗਿਆ, ਉਸ ਅਵਸਥਾ ਨੂੰ ਲੋਕਾਂ ਨਾਲ, ਸੰਗਤਾਂ ਨਾਲ ਸਾਂਝੀ ਕਰ। ਜਿਵੇਂ ਪੁਰਾਣੇ ਵੈਦ ਹੁੰਦੇ ਸੀ, ਨੁਕਸਾ ਨਹੀਂ ਕਿਸੇ ਨੂੰ ਦੇ ਕੇ ਜਾਂਦੇ ਸੀ, ਉਹ ਮਰ ਜਾਂਦੇ ਸੀ, ਤੇ ਅੱਗੇ ਜਿਹੜਾ ਉਹਦਾ ਲਾਹਾ ਨਹੀਂ ਸੀ ਲਿਆ ਜਾਂਦਾ। ਇਸ ਤਰ੍ਹਾਂ ਅੱਜ ਆਪਾਂ ਜਿਹੜੇ ਬੈਠੇ ਹਾਂ ਗੁਰਮੁਖ ਪਿਆਰਿਓ, ਅੱਜ ਦੇ ਦਿਨ 2 ਸੰਕਲਪ ਨੇ, ਸੰਤ ਤੇ ਸਿਪਾਹੀ। ਸੰਤ ਤੇ ਸਿਪਾਹੀ ਅੱਜ ਦਾ ਦਿਨ ਜਿਹੜਾ ਹੈ, ਇੱਥੇ ਭਾਈ ਤਾਰੂ ਸਿੰਘ ਜੀ, ਉਹਨਾਂ ਦੀ ਸ਼ਹੀਦੀ ਵੀ ਹੈ ਅੱਜ ਦੇ ਦਿਨ, ਤੇ ਸਾਵਣ ਦਾ ਮਹੀਨਾ ਵੀ ਸੀ ਉੱਤੇ ਸ਼ੁਰੂ ਹੋਇਆ। ਸਾਵਣ ਦਾ ਮਹੀਨਾ ਤੇ ਭਾਈ ਤਾਰੂ ਸਿੰਘ ਦਾ ਸ਼ਹੀਦ ਹੋਣਾ, ਇਹ ਦੋਨਾਂ ਨੂੰ ਅਸੀਂ ਪੈਰਲਲ ਰੱਖ ਕੇ ਚੱਲਾਂਗੇ। ਸਾਵਨ ਸਰਸੀ ਕਾਮਨੀ, ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਇੱਕ ਰੰਗ। ਜਿਨ੍ਹਾਂ ਦਾ ਮਨ ਤੇ ਤਨ ਇੱਕ ਰੰਗ ਨਾਲ ਰੱਤਿਆ ਗਿਆ, ਇੱਕ ਰੰਗ ਦੇ ਵਿੱਚ ਪ੍ਰਵੇਸ਼ ਹੋ ਗਿਆ। ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਇਸ ਕਰਕੇ ਗੁਰਮੁਖ ਪਿਆਰਿਓ, ਮਨ ਤੇ ਤਨ ਨੂੰ ਉਸ ਮਾਲਕ ਦੇ ਨਾਮ ਦੇ ਵਿੱਚ ਸਮਰਪਿਤ ਕਰਨਾ
ਉੱਥੋਂ ਫਿਰ ਇਹ ਜਿਹੜਾ ਤੀਜਾ ਕਨਸੈਪਟ ਕਲੀਅਰ ਹੁੰਦਾ ਹੈ। ਜਿਹੜੀ ਸ਼ਹਾਦਤ ਆ, ਸ਼ਹੀਦੀ ਹੈ, ਵੈਸੇ ਵੱਡੇ ਮਹਾਂਪੁਰਸ਼ ਦੱਸਿਆ ਕਰਦੇ ਸੀ, ਕਹਿੰਦੇ ਜੇ ਇੱਕ ਬ੍ਰਹਮ ਗਿਆਨੀ ਪੈਰ ਦੇ ਗੂਠੇ ਤੇ ਖੜ ਕੇ 4 ਯੁੱਗ ਭਗਤੀ ਕਰੇ ਤਾਂ ਵੀ ਉਹਦਾ ਜੀਵਨ ਸ਼ਹੀਦ ਦੇ ਜੀਵਨ ਦੇ ਬਰਾਬਰ ਨਹੀਂ ਹੋ ਸਕਦਾ। ਸ਼ਹੀਦ ਗੁਰਮੁਖ ਪਿਆਰਿਓ, ਜਿਹਦੀ ਬਾਬਤ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈ ਜਾਂਦੀ ਤਸਵੀਰ ਬਦਲਦੀ ਕੌਮਾਂ ਦੀ। ਜਦ ਦੇਗਾਂ ਦੇ ਵਿੱਚ ਉਬਲੇ ਸੀ ਅੰਮ੍ਰਿਤ ਦੇ ਸੋਮੇ ਫੁੱਟ ਪੈਂਦੇ, ਜਦ ਚਰਬੀ ਢਲੇ ਸ਼ਹੀਦਾਂ ਦੀ ਅਰਸ਼ਾਂ ਦੇ ਦੀਵੇ ਜਗ ਪੈਂਦੇ, ਟੁੱਟਣ ਤਾਰੀ ਅੱਖੀਆਂ ਦੀ ਰੂਹਾਂ ਵਿੱਚ ਚਾਨਣ ਹੋ ਜਾਵੇ, ਜਦ ਉਸਰੇ ਕੰਧ ਮਾਸੂਮਾਂ ਦੀ ਸੁੱਤੀ ਹੋਈ ਕੌਮ ਖਲੋ ਜਾਵੇ। ਸ਼ਹੀਦ ਔਰ ਗੁਰਮੁਖ ਪਿਆਰਿਓ, ਇੱਕ ਜਨਮ ਦੇ ਨਾਲ ਜੇ ਕਹੋ ਵੀ ਇੱਕ ਜਨਮ ਲੈ ਲਿਆ ਉਹਦੇ 'ਚ ਸ਼ਹੀਦੀ ਦਾ ਦਰਜਾ ਮਿਲ ਗਿਆ, ਇਹ ਨਹੀਂ। ਜੇ ਗਿਣਤੀ ਚੱਲੀਏ, ਕਹਿੰਦੇ ਵੀ ਕਿਉਂਕਿ ਬਹੁਤ ਜਨਮ ਵਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਰਵਿਦਾਸ ਜੀ ਕਹਿੰਦੇ ਆ ਨਾ, ਕਹਿੰਦੇ ਮੈਂ ਬਹੁਤ ਜਨਮ ਤੇਤੋਂ ਟੁੱਟਿਆ ਆ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ, ਹੋਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗੱਲ ਲਾਵੇਂਗੇ। ਇਹ ਵਾਹਿਗੁਰੂ, ਕਦੋਂ ਸਮਾਂ ਭਾਗਾਂ ਵਾਲਾ ਬਣੂ ਜਦੋਂ ਤੁਸੀਂ ਮੈਨੂੰ ਆਪਣੇ ਗਲ ਨਾਲ ਲਾਓਗੇ, ਆਪਣੀ ਗੋਦ ਵਿੱਚ ਥਾਂ ਦੇਵੋਗੇ। ਤਾਂ ਇਸ ਤਰ੍ਹਾਂ ਗੁਰਮੁਖ ਪਿਆਰਿਓ, ਅਰਦਾਸਾਂ ਨੇ ਦੱਸਦੇ ਨੇ ਵੀ 108 ਸਾਲ ਭਗਤੀ ਕਰਦੇ ਆ ਤਾਂ ਜਾ ਕੇ ਕੀਰਤਨ ਦੀ ਦਾਤ ਮਿਲਦੀ ਹੈ। 108 ਜਨਮ। ਹੁਣ ਕੀਰਤਨ ਦੀ ਦਾਤ, ਕੀਰਤਨ, 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 ਕਿੰਨੇ ਸ਼ਬਦ ਅਰਥ ਨਿਕਲਦੇ ਇਹਦੇ 'ਚ। ਹੁਣ ਭਗਤੀ ਤੋਂ ਬਿਨਾ, ਗੁਣਾ ਤੋਂ ਬਿਨਾ ਭਗਤੀ ਨਹੀਂ ਹੁੰਦੀ। ਇਹ ਮੇਰਾ ਆਪਦਾ ਕਨਸੈਪਟ ਹੈ, ਇੱਕ ਤਿਆਰ ਕੀਤਾ ਹੋਇਆ। ਸ਼ਾਇਦ ਤੁਹਾਡੇ ਜੇ ਆਇਆ ਹਿਸਾਬ ਕਈ ਵਾਰ ਨਹੀਂ ਆਉਂਦਾ, ਕਈ ਵਾਰ ਮੇਰਾ ਮੂਰਖ ਮਨ ਆਪਦੇ ਢੰਗ ਨਾਲ ਹੀ ਲੈਣਾ ਖਿੱਚਦਾ ਹੋ ਸਕਦਾ। ਕਿ ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਬਾਣੀ ਹੈ, ਜਿਹੜਾ ਸੁਨੇਹਾ ਦਿੰਦੀ ਹੈ, ਜਪਜੀ ਸਾਹਿਬ ਚਾਹੁੰਦਾ ਨਾ, ਬਿਨ ਗੁਣ ਕੀਤੇ ਭਗਤ ਨਾ ਹੋਈ। ਇਹਦਾ ਮਤਲਬ ਆਪਣਾ ਗੁਣ ਲੈਣੇ ਪਹਿਲਾਂ ਬਹੁਤ ਜ਼ਰੂਰੀ ਨੇ। ਜੇ ਗੁਣ ਲਵਾਂਗੇ ਤਾਂ ਭਗਤੀ ਹੋਊ, ਕਹਿੰਦੇ। ਇਹਦਾ ਮਤਲਬ ਜੇ ਅਸੀਂ ਉਹੀ ਪੜ੍ਹੀ ਜਾਂਦੇ ਹਾਂ, ਗੁਣ ਹੈ ਨਹੀਂ। ਵੇਖਿਆ ਹੋਣਾ ਤੁਸੀਂ, ਆਪਾਂ ਆਮ ਵੀ ਕਹਿ ਦਿੰਦੇ ਹਾਂ ਯਾਰ ਐਸੇ ਦੇ ਬਾਣੀ ਪੜ੍ਹਨ ਦਾ ਕੀ ਫਾਇਦਾ, ਇਹਦਾ ਮਨ ਤਾਂ ਸਾਫ਼ ਨਹੀਂ ਹੈਗਾ। ਹੁਣ ਆਪਾਂ ਸਾਰੀ ਹੁਣ ਬਾਣੀ ਤੋਂ ਬਾਅਦ ਜਦੋਂ ਸਮਾਪਤੀ ਕਰਾਂਗੇ, ਬੜੇ ਪਿਆਰ ਨਾਲ ਨਮਸਕਾਰ ਵੀ ਕਰਦੇ ਹਾਂ। ਐਂਡ ਆਉਂਦਾ ਨਾ, ਨਾਨਕ ਨਾਮ ਕਹੋ ਸਾਰੇ, ਨਾਨਕ ਨਾਮ ਤੇਰੇ ਭਾਣੇ। ਫਿਰ ਡਾਂਗਾਂ ਕਿਉਂ ਚੁੱਕੀ ਫਿਰਦੇ, ਫਿਰ ਘਰਾਂ 'ਚ ਲੜਾਈਆਂ ਕਿਉਂ ਨੇ, ਫਿਰ ਈਗੋ ਕਿਉਂ ਆ, ਫਿਰ ਕਿਉਂ ਇੱਕ ਦੂਜੇ ਨੂੰ ਭੈੜੇ ਵਚਨਾਂ ਨਾਲ ਬੋਲਦੇ ਆ। ਗੇਟ ਤੋਂ ਬਾਹਰ ਨਿਕਲਣ ਸਾਰ ਅਸੀਂ ਜਦੀ ਕਹਿ ਦਿੰਦੇ ਹਾਂ ਵੀ ਆਹ ਤਾਂ ਐਸੇ, ਆਹ ਤਾਂ ਐਸੇ। ਇਹਦਾ ਮਤਲਬ ਅਸੀਂ ਇਸ ਕਨਸੈਪਟ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਨਹੀਂ ਕੀਤਾ। ਇੱਕ ਪਾਸੇ ਸਤਿਗੁਰ ਕਹਿੰਦੇ ਨੇ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਈ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਹੁਣ ਕਿੱਡਾ ਤਕੜਾ ਕਨਸੈਪਟ ਆ। ਫਰੀਦ ਬੈਠੇ ਨੇ, ਭਗਤੀ 'ਚ ਬੈਠੇ ਨੇ। ਇੱਕ ਨੌਜਵਾਨ ਮਾੜੇ ਕਰਮ ਕਰਨ ਕੋਲ ਦੀ ਜਾਂਦਾ, ਉਹਨੇ ਸੋਚਿਆ ਵੀ ਇਹਦਾ ਜੇ ਇਹਨੂੰ ਪਰੇ ਕਰਾਂਗੇ ਤਾਂ ਮੇਰੇ ਇਸ ਜਿਹੜੀ ਬੁਰਿਆਈ ਹੈ ਲੁਕ ਸਕਦੀ ਹੈ, ਚਪੇੜ ਮਾਰਦਾ। ਤੇ ਫਰੀਦ ਬੈਠੇ ਨੇ ਆਪਦੇ ਉਹਦੇ 'ਚ। ਹੁਣ ਬੁਰੇ ਦਾ ਭਲਾ ਕਰਕੇ ਹੀ ਨਹੀਂ, ਖਾਲਸਾ ਮੇਰਾ ਰੂਪ ਹੈ ਖਾਸ ਕਹਿ ਹੀ ਨਹੀਂ, ਉਹ ਪ੍ਰੈਕਟੀਕਲ ਕਰਕੇ ਵਿਖਾਇਆ ਗੁਰਾਂ ਨੇ। ਹਰ ਚੀਜ਼ ਪ੍ਰੈਕਟੀਕਲ ਹੈ। ਹੁਣ ਵਿਗਿਆਨ ਕਿਹਦੀ ਹੈ? ਵੱਖ-ਵੱਖ ਪ੍ਰਯੋਗਾਂ 'ਚੋਂ ਪ੍ਰਾਪਤ ਗਿਆਨ ਨੂੰ ਹੀ ਵਿਗਿਆਨ ਕਹਿੰਦੇ ਆ ਨਾ। ਕਈ ਐਸੇ ਤਰਕਵਾਦੀ ਵੀ ਹੁੰਦੇ ਆ।
ਹੁਣ ਇਹ ਪ੍ਰੈਕਟੀਕਲ ਆ ਜੋ ਗੁਰਬਾਣੀ ਹੈ। ਔਰ ਗੁਰਮੁਖ ਪਿਆਰਿਓ, ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਜੇ ਇਹਨੂੰ ਅਸੀਂ ਆਪਣੇ ਜੀਵਨ 'ਚ ਬਿਨ ਗੁਣ ਕੀਤੇ ਭਗਤ ਨਾ ਹੋਏ, ਜੇ ਗੁਣ ਨਹੀਂ ਸਾਡੇ ਕੋਲ, ਇਹ ਵਾਹਿਗੁਰੂ ਕਿਰਪਾ ਕਰੋ ਕਿਹੜੇ ਗੁਣ ਨੇ। ਜਿਵੇਂ ਸਤਿਕਾਰਯੋਗ ਧੀਆਂ ਕੋਲ ਇੱਕ ਸੁਹਾਗ ਪਟਾਰੀ ਹੁੰਦੀ ਹੈ, ਉਹਦੇ 'ਚ ਥਾਂ ਹਰ ਸਰੀਰ ਦੇ ਅੰਗ ਦੇ ਜਿਹੜੇ ਉਹਦੇ 'ਚ ਪਏ ਹੁੰਦਾ ਸਮਾਨ, ਜਿਹਦੇ ਨਾਲ ਉਹਨੇ ਆਪਣੇ ਆਪ ਨੂੰ ਸ਼ਿੰਗਾਰਨਾ। ਜਿਹੜਾ ਸਾਧਕ ਪੁਰਸ਼ ਹੈ, ਸਾਧੂ ਹੈ, ਸੰਤ ਹੈ, ਗੁਰਮੁਖ ਹੈ, ਬ੍ਰਹਮ ਗਿਆਨੀ ਹੈ, ਕਿਉਂਕਿ ਇਹ ਸਰੀਰਾਂ ਦੇ ਨਾਂ ਨਹੀਂ ਭੁਲੇਖੇ 'ਚ ਨਾ ਰਹੇ। ਇਹ ਨਾਂ ਨੇ ਜਿਹੜੇ ਕਮਾਈ ਦੇ ਨੇ। ਤੇ ਹੁਣ ਚੰਗਾ ਭਲਾ ਬੰਦਾ ਸਵੇਰ ਤੋਂ ਸ਼ਾਮ ਤੱਕ ਤੁਰਿਆ ਫਿਰਦਾ ਤੇ ਸ਼ਾਮ ਨੂੰ ਮੱਧ ਪੀ ਲੇ, ਸ਼ਰਾਬ ਨਾਲ ਰੱਜਿਆ ਹੋਵੇ, ਤੁਸੀਂ ਉਹਨੂੰ ਗੁਰਮੁਖ ਕਹੋਗੇ? ਤੁਸੀਂ ਕਹੋਗੇ ਯਾਰ ਪਰੇ ਹੋ ਕੇ ਲੰਘ ਜੋ, ਇਹ ਸਿਰੇ ਦਾ ਸ਼ਰਾਬੀ ਹੈ, ਕਹੋਗੇ ਨਾ। ਇਸ ਤਰ੍ਹਾਂ ਕਰਨੀ ਜਿਹੜੀ ਕਰਦੇ ਆ ਉਹਦਾ ਨਾਮ ਕਰਨਾ ਹੈ। ਸਰੀਰ ਦਾ ਨਾਂ ਨਾ ਬ੍ਰਹਮ ਗਿਆਨੀ ਹੈ, ਨਾ ਸੰਤ ਹੈ, ਨਾ ਗੁਰਮੁਖ ਹੈ। ਕਰਨੀ ਦਾ ਨਾਂ ਹੈ। ਜੇ ਗੁਰਮੁਖਾਂ ਵਾਲੀ ਕਰਨੀ ਹੈ ਤੇ ਗੁਰਮੁਖ ਕਹਿਣਗੇ। ਜੇ ਬ੍ਰਹਮ ਗਿਆਨੀ ਵਾਲੀ ਬਿਰਤੀ ਹੈ, ਜਿਵੇਂ ਉਹਨੂੰ ਬ੍ਰਹਮ ਗਿਆਨੀ ਕਹਿਣਗੇ। ਜਿਹਨੇ ਸਵਾਸਾਂ ਨੂੰ ਸੰਸਾਰ ਵੱਲੋਂ ਧੂ ਕੇ ਨਿਰੰਕਾਰ ਨਾਲ ਜੋੜਿਆ, ਉਹਨੂੰ ਸਾਧੂ ਕਹਿਣਗੇ। ਸਾਹ ਧੂ ਸਵਾਸਾਂ। ਇਉਂ ਕਰਕੇ ਗੁਰਮੁਖ ਪਿਆਰਿਓ, ਗੁਣ ਗ੍ਰਹਿਣ ਕਰਨੇ। ਪਹਿਲਾ ਗੁਣ ਹੈ ਸੱਚ। ਸੱਚ ਵਿੱਚੋਂ ਪ੍ਰੇਮ ਪੈਦਾ ਹੁੰਦਾ ਹੈ। ਇਹ ਧਿਆਨ 'ਚ ਰੱਖਿਓ। ਜੇ ਚੀਜ਼ ਇੱਕ ਟਕਾਲੀ, ਉਹਦਾ ਅੰਤःਕਰਨ ਦੂਜਾ ਨਾਲ ਦੀ ਨਾਲ ਆਏਗਾ। ਸੱਚ 'ਚੋਂ ਪ੍ਰੇਮ ਪੈਦਾ ਹੋਇਆ, ਦੋ ਹੋ ਗਏ। ਜਿਹੜਾ ਤੀਜਾ ਹੈ, ਸੱਚ ਤੇ ਪ੍ਰੇਮ ਵਿੱਚ ਰਤੀ ਆਤਮਾ ਧਰਮੀ ਹੋਏਗੀ। ਤੇ ਜਿਹੜਾ ਧਰਮੀ ਹੋ ਗਿਆ, ਉਹਦੇ ਅੰਦਰ ਗਿਆਨ ਪੈਦਾ ਹੋਣਾ ਹੀ ਹੋਣਾ। ਚਾਰ ਹੋ ਗਏ, ਚਾਰ ਗੁਣ ਹੋ ਗਏ। ਪੰਜਵਾਂ ਗੁਣ ਆ ਦਇਆ ਦਾ। ਜਿਹੜਾ ਦਿਆਲੂ ਪੁਰਸ਼ ਹੈ, ਉਹੀ ਸੇਵਾ ਕਰੇਗਾ, ਉਹੀ ਭਾਂਡੇ ਮਾਂਜੇਗਾ, ਉਹੀ ਲੰਗਰ ਵਰਤਾਏਗਾ। ਦਇਆ ਤੋਂ ਬਿਨਾਂ ਨਹੀਂ ਇਹ ਕੰਮ ਹੁੰਦੇ। ਉਹੀ ਕੋਈ ਸੜਕ ਤੇ ਜੀਟੀ ਰੋਡ ਤੇ ਜੇਠ ਮਹੀਨੇ 'ਚ ਤੁਰਿਆ ਜਾਂਦਾ ਬੱਚਾ, ਉਹਦੇ ਪੈਰਾਂ ਵਿੱਚ ਜੋੜਾ ਪਵਾਏਗਾ। ਕੋਈ ਗਰੀਬ ਦੀ ਧੀ ਵਿਲਕ ਰਹੀ ਹੈ, ਉਹ ਵਿਆਹੁਣ ਜੋਗੇ ਉਹਦੇ ਪਰਿਵਾਰ ਦੇ ਵਿੱਚ ਸਾਧਨ ਨਹੀਂ, ਤੁਹਾਡੇ ਵਰਗੇ NRI ਵੀਰ ਜਾ ਕੇ ਫਿਰ ਉਹਦਾ ਵਿਆਹ ਕਰਦੇ ਹੈ। ਔਰ ਲੋਕ ਸੁਖੀਏ ਪਰਲੋਕ ਸਹੇਲੇ ਦਾ ਸਿਹਰਾ ਆਪਣੇ ਕੋਲ ਹਿਰਦੇ ਵਿੱਚ ਲੈਂਦੇ ਹੈ। ਦਇਆਵਾਨ ਸੇਵਾ ਕਰ ਸਕਦਾ ਹੈ। ਸੱਤਵਾਂ ਜਿਹੜਾ ਹੈ, ਇਹ ਗੁਰਮੁਖ ਪਿਆਰਿਓ ਸੰਤੋਖੀ। ਕਿਉਂਕਿ ਦਇਆ ਤੇ ਸੰਤੋਖ ਧਰਮ ਦੇ ਪੇਰੈਂਟਸ ਨੇ। ਦਇਆ ਤੇ ਸੰਤੋਖ ਰਿਲੀਜਨ ਦੇ ਪੇਰੈਂਟਸ ਨੇ। ਔਰ ਸੰਤੋਖੀ ਪੁਰਸ਼, ਉਹਦੇ ਅੰਦਰ ਸਿਮਰਨ ਦੀ ਦਾਤ ਉੱਠੇਗੀ। ਉਹ ਸਿਮਰਨ ਵਿੱਚ ਜੁੜੇਗਾ। ਜਿਹਦੀ ਇੱਛਾ ਹੀ ਕੋਈ ਨਹੀਂ ਨਾ, ਧਿਆਨ ਦਿਓ, ਜਿਹਦੀ ਇੱਛਾ ਹੀ ਕੋਈ ਨਹੀਂ, ਸਤਿਗੁਰ ਦੇ ਦਰ ਤੇ ਆ ਕੇ ਜਿਹਨੇ ਮੰਗਣਾ ਛੱਡ ਦਿੱਤਾ, ਮੈਂ ਦਾਅਵੇ ਨਾ ਕਹਿਣਾ, ਉਹਨੂੰ ਮੇਰਾ ਬਾਪੂ ਸਾਰਾ ਕੁਝ ਦੇ ਕੇ ਤੋਰੂਗਾ। ਜਪੋ ਸਤਿਨਾਮ। ਪਰ ਮੰਗਾਂ ਹੀ ਬੜੀਆਂ ਵੱਡੀਆਂ ਨੇ। ਇਹਦਾ ਮਤਲਬ ਇਹ ਜਾਣਦੇ ਹੀ ਨਹੀਂ ਸਨ। ਇਹਦਾ ਮਤਲਬ ਇਹ ਸਾਨੂੰ ਤਾਂ ਜਾਣਦੇ ਨਹੀਂ, ਅਸੀਂ ਬਾਹਲੇ ਸਿਆਣੇ ਹੋਏ ਫਿਰਦੇ ਹਾਂ। ਤੁਸੀਂ ਮੰਗਣਾ ਛੱਡ ਕੇ ਦੇਖੋ। ਔਰ ਗੁਰਮੁਖ ਪਿਆਰਿਓ, ਫਿਰ ਜਦੋਂ ਮੰਗਣਾ ਛੱਡ ਦਿੱਤਾ ਤੇ ਉਹਨੂੰ ਪਤਾ ਲੱਗ ਜਾਏਗਾ, ਨਾਨਕ ਚਿੰਤਾ ਮਤ ਕਰੋ। ਕਿੰਨਾ ਠੋਕ ਕੇ ਕਹਿੰਦੀ ਹੈ ਉਹ, ਪਿਆਰਿਓ ਚਿੰਤਾ ਨਾ ਕਰੋ। ਚਿੰਤਾ ਤਿਸ ਹੀ ਹੈ, ਤੇਰੀ ਚਿੰਤਾ ਕਰੇ ਕਰਤਾਰ। ਤੂੰ ਕਿਉਂ ਕਰਦਾ ਹੈ? ਤੂੰ ਕਿਉਂ ਕਰਦਾ ਹੈ? ਛੱਡ ਦੇ ਚਿੰਤਾ। ਪਰ ਚਿੰਤਾ ਵਿੱਚ ਤੁਸੀਂ ਬੜੇ ਉਲਝੇ ਹੋਏ ਹੋ। ਹੁਣ ਉਹ ਉਲਝੇ ਹੋਏ ਹੋ ਤੇ ਬਾਪੂ ਕਹਿੰਦਾ ਮੈਂ ਕੀ ਲੈਣਾ, ਤਾਂ ਆਪਦਾ ਆਪ ਹੀ ਕੰਮ ਜੁੜਿਆ ਹੋਇਆ, ਹੁਣ ਮੈਂ ਤੂੰ ਕੀ ਲੈਣਾ। ਕਰਨ ਦੀ ਚਿੰਤਾ ਕਰੀ ਜਾ। ਇਸ ਕਰਕੇ 6 ਆਪਣੇ 8 ਕਨਸੈਪਟ ਹੋ ਗਏ। ਸੰਤੋਖੀ ਸਿਮਰਨ ਕਰੇਗਾ। ਹੁਣ ਇਹ ਜਿਹੜੀਆਂ 8 ਡਿਗਰੀਆਂ ਲੈ ਲਈਆਂ ਗੁਣ ਨੇ, ਭਗਤੀ ਦੇਖੋ ਕਿੱਥੋਂ ਸ਼ੁਰੂ ਹੋਣੀ ਹੈ। ਇਹ 8 ਗੁਣ ਨੇ। 9ਵੇਂ ਗੁਣ 'ਚ ਪ੍ਰਵੇਸ਼ ਹੋ ਗਿਆ, ਸਹਿਜ ਵਿੱਚ ਆਜੂ। ਇਹ ਫਰੀਦ ਦੀ ਅਵਸਥਾ ਜਿਹੜੀ ਹੈ, ਭਗਤੀ ਦੀ ਅਵਸਥਾ ਜਿਹੜੀ ਹੈ, ਚਪੇੜਾਂ ਮਾਰੀਆਂ, ਕੁਛ ਟਾਈਮ ਬਾਅਦ ਉੱਠ ਕੇ ਬੁੱਢੇ ਹੱਡ ਸਾਥ ਨਹੀਂ ਦਿੰਦੇ, ਜਾ ਕੇ ਉਹ ਜਵਾਨ ਦੇ ਘਰੇ ਜਾਂਦਾ ਹੈ
ਉਹ ਬੀਬੀ ਕਹਿੰਦੀ ਆ, ਬਾਬਾ ਜੀ ਤੁਸੀਂ ਕਿਉਂ ਆਉਣਾ ਸੀ, ਸਾਨੂੰ ਦੱਸ ਦਿੰਦੇ ਜੇ ਚੀਜ਼ ਦੀ ਲੋੜ ਸੀ। ਨਹੀਂ ਬੇਟਾ, ਤੇਰੇ ਨੌਜਵਾਨ ਪੁੱਤਰ ਨੇ ਮੇਰੇ ਚਪੇੜ ਬੁੱਢੇ ਹੱਡਾਂ ਤੇ ਮਾਰੀ ਪੁੱਤ, ਮੈਂ ਤਾਂ ਆਇਆ, ਮੇਰੇ ਬੁੱਢੇ ਹੱਡਾਂ ਨੇ ਤੇਰੇ ਸੋਲ ਦੇ ਹੱਥ ਨਾ ਕਿਤੇ ਭੰਨ ਦਿੱਤੇ ਹੋਣ। ਇਹ ਅਵਸਥਾ ਬਣ ਜੂ ਸਾਡੀ। ਦੇਖੋ ਮਾਰੋ ਝਾਤੀ ਸਾਰੇ, ਇਸ ਅਵਸਥਾ 'ਚ ਕਦੇ ਆਏ ਆ ਅਸੀਂ? ਬੁਰੇ ਦਾ ਭਲਾ ਕਰ, ਮਾਫੀ ਮੰਗਣ ਗਏ ਨੇ ਤੇ ਉਹ ਬੱਚਾ ਆ ਕੇ ਚਰਨਾਂ 'ਚ ਡਿੱਗ ਗਿਆ, ਫਰੀਦ ਜੀ ਬਖਸ਼ ਦਿਓ। ਗਿਆਨ ਪੈਦਾ ਕਰ ਦਿੱਤਾ, ਕਿਉਂਕਿ ਗਿਆਨ ਪੈਦਾ ਕਰਨ ਵਾਸਤੇ ਗੁਰਮੁਖਾਂ ਦਾ ਜਨਮ ਹੁੰਦਾ ਹੈ। ਜਦੋਂ ਸਹਿਜ ਵਿੱਚ ਆ ਗਿਆ, ਉਦੋਂ ਜਿਹੜਾ 10ਵਾਂ ਗੁਣ ਹੈ ਪਿਆਰੇ, ਉਹ ਧਿਆਨ ਦਾ, ਧਿਆਨ ਲੱਗ ਜਾਏਗਾ। ਧਿਆਨ ਕਿਹਦੇ ਨਾਲ ਲੱਗ ਜਾਏਗਾ? ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਜਿਹਨੇ ਸਾਡੀ ਬਣਤ ਬਣਾਈ ਹੈ, ਜਿਹੜੇ ਸਤਿਗੁਰ ਨੇ ਸਾਨੂੰ ਪੈਦਾ ਕੀਤਾ ਹੈ, ਉੱਥੇ ਜੁੜ ਜਾਓਗੇ। ਇਹ ਵਸਤਾ ਅੱਗੇ ਦੋ ਪੁਆਇੰਟ ਫੇਰ ਅੱਗੇ ਵਸਤਵਾਵਾਂ ਬਣਾਉਂਦੇ ਹੈ, ਸੱਚ ਤੇ ਪ੍ਰੇਮ। ਇਹ ਬਾਜਾਂ ਵਾਲੇ ਨੇ ਵੀ ਕਿਹਾ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦਾ ਮਤਲਬ ਪਰੇ ਮੈਂ, ਹਉਮੈ ਤੋਂ ਪਰੇ ਹੋ ਜਾਣਾ। ਸੱਚ ਤੇ ਪ੍ਰੇਮ ਵਿੱਚ ਰੰਗੀ ਆਤਮਾ, ਉਹ ਚੋਂ ਦਰਸ਼ਨ ਕਿਹਦੇ ਹੋਣਗੇ? ਓੰਕਾਰ ਉਤਪਾਤਾ, ਧੁਨੀ ਤੋਂ ਲੈ ਕੇ ਗੁਰਮੁਖ ਪਿਆਰਿਓ ਰਸਨਾ ਤੱਕ ਦਾ ਗੇੜ ਹੈ। ਇਹ 4 ਤਰ੍ਹਾਂ ਦਾ ਸਿਮਰਨ ਗੁਰਬਾਣੀ ਚਾਹੁੰਦਾ ਹੈ। ਪਰਾ ਹੈ, ਮਧਮ ਹੈ, ਬਸੰਤੀ ਹੈ, ਵੈਖੜੀ ਹੈ। ਸਾਡੇ ਬਜ਼ੁਰਗ ਨੇ, ਬਾਬਾ ਸਾਧੂ ਰਾਮ ਜੀ ਟਿੱਬੇ ਵਾਲੇ ਮਹਾਂਪੁਰਸ਼, ਬੈਠੀ ਹੈ ਸੰਗਤ, ਲਵੇ ਪਿੰਡਾਂ ਦੀ ਮਾਮਦਪੁਰ ਦੀ ਸੰਗਤ ਵੀ ਬੈਠੀ ਹੈ, ਪਤਾ ਹੈ। ਉਹਨਾਂ ਮਹਾਂਪੁਰਸ਼ਾਂ ਨੂੰ ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ ਕਿਹਾ ਸੀ, ਸਾਧੂ ਰਾਮਾ ਇੱਕ ਵਾਰ ਜ਼ਿੰਦਗੀ 'ਚ ਵਾਹਿਗੁਰੂ ਕਹਿ ਲਾ, ਤੈਨੂੰ ਲੈਣ ਆਵਾਂਗਾ। ਇੱਕ ਵਾਰ ਕਹਿ ਲੈ। ਨਗਰੋਟਾ ਹਿੱਲ ਸਟੇਸ਼ਨ ਜੰਮੂ ਕਸ਼ਮੀਰ ਦੀਆਂ ਪਹਾੜੀਆਂ 'ਚ ਬੈਠੇ ਨੇ, ਆਪ ਲੈਣ ਆਵਾਂਗਾ। 12 ਸਾਲਾਂ 'ਚ ਇੱਕ ਵਾਰ ਵਾਹਿਗੁਰੂ ਕਿਹਾ ਗਿਆ। ਵਰਨਾ ਨੂੰ ਧੁਨੀ ਵਿੱਚ ਲਿਜਾ ਕੇ ਮਨ ਦੇ ਚਿੰਤਨ ਤੋਂ ਉਹਨੂੰ ਸੁਣਨਾ ਪਰਾ ਸਿਮਰਨ ਹੈ ਧੁਨੀ ਦਾ। ਮਾੜੇ ਖਿਆਲ ਪੈਦਾ ਕਰੋਗੇ, ਇੱਥੋਂ ਗੁਰਮੁਖ ਪਿਆਰਿਓ, ਇੱਥੋਂ ਫਿਰ ਮਾੜੇ ਖਿਆਲ ਸਾਡੇ ਸਾਰੇ ਅੰਤःਕਰਨ ਨੂੰ ਮਾੜਾ ਬਣਾ ਦੇਣਗੇ। ਚੰਗੇ ਖਿਆਲ ਕਰੋਗੇ, ਧੁਨੀ ਨੇ ਪਰਾ ਅਵਸਥਾ 'ਚ ਕੈਚ ਕਰ ਲੈਣਾ। ਉਹ ਖਿਆਲਾਂ ਨੂੰ ਮਦਮ ਦੇ ਰਾਹੀਂ ਹਿਰਦੇ ਵਿੱਚ ਲਿਆਉਣਾ। ਧੁਨੀ ਵਿੱਚ ਅੰਮ੍ਰਿਤ ਹੈ, ਜਿੱਥੋਂ ਮਾਂ ਦੇ ਪੇਟ ਵਿੱਚੋਂ ਸਾਨੂੰ ਦਾਤ ਖੁਰਾਕ ਮਿਲਦੀ ਸੀ। ਹਿਰਦੇ ਵਿੱਚ ਪਰਮੇਸ਼ਰ ਨੇ ਕਿਹਾ ਨਾਮ ਹੈ, ਨਾਮ ਕੀ ਮਹਿਮਾ ਸੰਤ ਰਿਦ ਵਸੀ। ਇੱਥੇ ਮੈਂ ਫੇਰ ਬੇਨਤੀ ਕਰਾਂ, ਸੰਤ ਮੀਨਜ ਕੋਈ ਮੇਰੇ ਵਰਗਾ ਕੱਪੜੇ ਪਾ ਕੇ ਬਹਿ ਗਿਆ, ਇਹ ਨਹੀਂ। ਕਰਨੀ ਦਾ ਨਾਂ ਹੈ ਸੰਤ। ਸੱਸੇ ਦਾ ਮਤਲਬ ਹੈ ਸਿਮਰਨ, ਟਿੱਪੀ ਦਾ ਮਤਲਬ ਹੈ ਨਿਮਰਤਾ, ਤੱਤੇ ਦਾ ਮਤਲਬ ਆ ਤਿਆਗ। 3 ਗੁਣਾਂ ਵਿੱਚ ਗ੍ਰਸੀ ਹੋਈ ਆਤਮਾ ਨੂੰ ਅਸੀਂ ਸੰਤ ਕਹਿੰਦੇ ਹਾਂ। ਔਰ ਗੁਰਮੁਖ ਪਿਆਰੇ ਉਹ ਸੰਤ ਮਹਾਂਪੁਰਸ਼ਾਂ ਕੋਲ ਗਏ, ਕਹਿੰਦੇ ਸਾਧੂ ਰਾਮਾ ਧੁਨੀ ਵੀ ਧੁਨਾਂ 'ਚ ਲੈ ਲਈ, ਹਿਰਦੇ ਵਿੱਚ ਨਾਮ ਪ੍ਰਗਟ ਕਰ ਲਿਆ। ਬਸੰਤੀ ਰਾਹੀਂ ਹਿਰਦੇ ਤੋਂ ਕੰਠ ਤੱਕ ਤੇਰਾ ਜਿਹੜਾ ਸ਼ਬਦ ਧੁਨੀ 'ਚੋਂ ਬਣ ਕੇ ਹਿਰਦੇ ਵਿੱਚ ਆਇਆ ਸੀ, ਉਹਦੀ ਆਵਾਜ਼ ਵੰਨਵਾ ਤੇ ਕੰਠ 'ਚ ਗਿਆ। ਔਰ ਕੰਠ ਤੋਂ ਰਸਨਾ ਤੇ ਆਉਣ ਦਾ ਇਹਨੂੰ ਵੈਖੜੀ ਕਹਿੰਦੇ ਹੈ। ਰਸਨਾ ਦੇ ਉੱਤੇ ਰੂਹ, ਰਸਨਾ ਦੇ ਉੱਤੇ ਪ੍ਰਭ ਜੀ ਵਸੇ, ਸਾਧ ਕੀ ਰਸਨਾ। ਵਾਹਿਗੁਰੂ ਕਿਵੇਂ ਕਹਿਣਾ ਹੈ? ਬਾ ਧੁਨੀ 'ਚ ਹੈ ਹਿਰਦੇ 'ਚ ਗੋ, ਗਲੇ 'ਚ ਰੂਹ ਰਸਨਾ ਤੇ। ਕਿਤੇ ਆਨੰਦ ਚਿੱਤ ਵਹਿ ਜੀਓ, ਕਿਤੇ ਤਾਂ ਮੌਕਾ ਮਿਲੂਗਾ ਹੀ, ਜੇ ਇਸ ਤਰ੍ਹਾਂ ਕਿਤੇ ਵਾਹਿਗੁਰੂ ਦੀ ਦਾਤ ਮਿਲ ਗਈ ਪਿਆਰਿਓ। ਔਰ ਫਿਰ ਮਹਾਰਾਜ ਕੀ ਕਹਿੰਦੇ ਨੇ ਕਿ ਭਾਈ ਕੱਟੀ ਜਾਵੇਗੀ 84 ਤੇਰੀ, ਇੱਕ ਵਾਰੀ ਬੋਲ ਵਾਹਿਗੁਰੂ। ਕੱਟੀ ਜਾਏਗੀ 84 ਤੇਰੀ, ਇੱਕ ਵਾਰੀ ਬੋਲ ਵਾਹਿਗੁਰੂ। ਕੱਟੀ ਲੈ ਲੋ ਲਹਾ ਸਾਰੀ, ਇੱਕ ਵਾਰੀ ਗੱਜ ਕੇ ਜਕੋ ਨਾ ਬਈ।
ਇੱਕ ਵਾਰੀ ਜੀ ਬੋਲ ਵਾਹਿਗੁਰੂ, ਇੱਕ ਵਾਰੀ ਜੀ ਬੋਲ ਵਾਹਿਗੁਰੂ। ਕੱਟੀ ਜਾਵੇਗੀ 84 ਮਨਾ ਤੇਰੀ, ਇੱਕ ਵਾਰੀ ਬੋਲ ਵਾਹਿਗੁਰੂ। ਕੱਟੀ ਜਾਏਗੀ 84 ਮਨਾ ਤੇਰੀ, ਇੱਕ ਵਾਰੀ ਬੋਲ ਵਾਹਿਗੁਰੂ। ਕੱਟੀ ਇੱਕ ਵਾਰੀ ਕੱਟੀ ਜਾਵੇਗੀ 84 ਮਨਾ ਤੇਰੀ। ਇਹ ਇੱਥੇ ਹੁਣ ਇੱਕ ਵਾਰੀ ਕਿਵੇਂ ਕਿਹਾ? ਗੁਣ ਪੈਦਾ ਕੀਤੇ, ਸੱਚ ਤੇ ਪ੍ਰੇਮ ਦੇ ਵਿੱਚੋਂ ਆਤਮਾ ਓੰਕਾਰ ਉਤਪਾਤਾ ਸਿਮਰਨ ਲੈਗੀ। ਔਰ ਗੁਰਮੁਖ ਪਿਆਰੋ, ਧਰਮ ਤੇ ਗਿਆਨ ਵਿੱਚੋਂ ਨਿਰੰਕਾਰ ਜੋ ਸਤਿਗੁਰਾਂ ਦਾ ਪ੍ਰਕਾਸ਼ ਸੁਤੇ ਸਿੱਧ ਗੁਰਬਾਣੀ, ਇਸ ਜਗ ਮਹਿ ਚਾਨਣ ਕਰਮ ਵਸੇ ਮਨ ਆਏ। ਤੀਜਾ ਕਨਸੈਪਟ ਜਿਹੜਾ ਹੈ ਉਹ ਗੁਰਮੁਖ ਪਿਆਰਿਓ ਦਇਆ ਤੇ ਸੇਵਾ ਦਾ। ਇੱਥੇ ਸੋਹੰ ਜਾਪ ਆਉਂਦਾ ਹੈ, ਸੋਹੰ, ਹੰਗ ਨਹੀਂ, ਸੋਹੰ। ਕਦੇ ਕਹਿ ਕੇ ਦੇਖਿਓ, ਸੋਹੰ ਓੰਕਾਰ। ਕਈ ਏਕਮਕਾਰ ਵੀ ਕਹਿ ਦਿੰਦੇ ਆ। ਓੰਕਾਰ, ਇੱਕ ਓੰਕਾਰ। ਸਤਿਗੁਰਾਂ ਨੇ ਇੱਕ ਓੰਕਾਰ, ਇੱਕ ਤਾਂ ਕਹਿ ਕੇ ਚਲਿਆ ਗਿਆ, ਇੱਕ ਕਹਿੰਦਾ ਵੀ ਇੱਕ ਕਿਉਂ ਲਾਇਆ ਮੂਹਰੇ? ਊੜੇ ਦਾ ਮੂੰਹ ਖੁੱਲਾ ਕਿਉਂ ਛੱਡਿਆ? ਗਾਹਾਂ ਸਾਰਾ ਸਤਨਾਮ ਤੇ ਕਿਉਂ ਲਾਇਆ? ਕਦੇ ਵਿਚਾਰ ਬਣੇ? ਦੁਨੀਆ ਤੇ 3 ਭਾਸ਼ਾਵਾਂ ਨੇ। ਪਹਿਲੀ ਮੈਥ ਹੈ, ਉਹਨੂੰ ਪੂਰੀ ਮੰਨਿਆ, ਉਹ ਮੈਥ ਪੂਰਾ ਹੈ। 2 2 4 4 4 8 6 2 9, ਐਸੇ ਜਿਵੇਂ 6 2 8, ਇਹ ਪੂਰਾ ਹੈ। ਦੂਜਾ ਸਾਡਾ ਅੱਖਰ, ਅੱਖਰ ਹਰ ਭਾਸ਼ਾ ਦੇ ਵੱਖਰੇ ਵੱਖਰੇ ਨੇ। ਔਰ ਗੁਰਮੁਖ ਪਿਆਰਿਓ ਆਪਣੇ 35 ਨੇ, ਮੈਨੂੰ ਲੱਗਦਾ 41 ਨੇ। ਦੱਸੋ 35 ਨੇ ਕਿ 41 ਨੇ? 35 ਸਾਡੀ ਭਾਸ਼ਾ ਸੀ। ਗੁਰੂ ਅੰਗਦ ਦੇਵ ਤੋਂ ਲੈ ਕੇ ਗੁਰੂ ਅਮਰਦਾਸ ਮਹਾਰਾਜ ਤੱਕ ਸਾਡੀ 35 ਹੀ ਚੱਲੀ। ਫਿਰ ਫਾਰਸੀ ਧੁਨੀਆਂ ਸਾਡੀ ਭਾਸ਼ਾ 'ਚ ਆ ਗਈਆਂ। ਹੁਣ ਤਾਂ ਅੰਗਰੇਜ਼ੀ ਦੀਆਂ ਬਹੁਤ ਆ ਗਈਆਂ। ਫਾਰਸੀ ਧੁਨੀਆਂ 6 ਹੈ, ਕਿਉਂਕਿ ਸਤਿਗੁਰਾਂ ਦੇ ਚਰਨਾਂ 'ਚ ਭਾਈ ਗੁਰਨਾਮ ਸਿੰਘ ਜੀ, ਜਿਹੜੇ ਇੱਥੇ ਮੈਨੂੰ ਪਤਾ ਲੱਗਿਆ ਵੀ ਸਕੂਲ ਚੱਲਦਾ ਹੈ, ਬੱਚਿਆਂ ਨੂੰ ਪੰਜਾਬੀ ਦਾ, ਗੁਰਮੁਖੀ ਦਾ ਗਿਆਨ ਦਿੱਤਾ ਜਾ ਰਿਹਾ ਹੈ। ਉਹ ਬੜੇ ਪਿਆਰ ਦੇ ਨਾਲ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਨੇ, ਕਿਉਂਕਿ ਮੈਂ ਵੀ ਪੰਜਾਬੀ ਦੀ MA, MA, ਤੇ ਚਲੋ ਇੱਥੇ ਕੀ ਨਮਾਇਸ਼ ਲਾਉਣੀ ਹੈ। ਪ੍ਰਿੰਸੀਪਲ ਦੀ ਪੋਸਟ ਤੋਂ ਮੈਂ ਰਿਟਾਇਰ ਵੀ ਹੋਇਆ ਜਨਵਰੀ 2021 'ਚ। 92 ਵਿੱਚ ਮੈਂ ਬਾਣੀ ਵਿੱਚ ਆ ਗਿਆ ਸੀ। ਇਹ ਪਿੱਛੋਂ ਹੀ ਸਾਡੇ ਪਰਿਵਾਰਾਂ 'ਚ ਇਹ ਹੈ। ਇਸ ਕਰਕੇ ਗੁਰਮੁਖ ਪਿਆਰਿਓ ਸਤਿਗੁਰਾਂ ਦੇ ਚਰਨਾਂ 'ਚ ਇੱਕ ਤਾਂ ਲੈ ਲਿਆ ਮੈਥ 'ਚੋਂ, ਤੇ ਜਿਹੜੀ ਅੱਖਰ ਵਿੱਦਿਆ ਊੜਾ ਲੈ ਲਿਆ, ਉਹ ਵੀ ਪਹਿਲਾਂ ਹੀ ਮੈਥ 'ਚੋਂ ਇੱਕ ਵੀ ਪਹਿਲਾਂ ਲੈ ਲਿਆ, ਅੱਖਰ 'ਚੋਂ ਵੀ ਪਹਿਲਾਂ ਊੜਾ ਲੈ ਲਿਆ। ਪਰ ਉੱਥੇ ਜਿਹੜਾ ਉਹ ਖੋਲਿਆ, ਉਹਦਾ ਮਤਲਬ ਕੀ ਹੈ? ਊੜੇ ਦਾ ਖੁੱਲਾ ਮੂੰਹ ਕਿਉਂ ਛੱਡਿਆ? ਇੱਕ ਮੈਥ 'ਚੋਂ ਲੈ ਲਿਆ, ਪਹਿਲਾਂ ਓਮ ਸੀ। ਓਮ, ਜਦੋਂ ਸਤਿਗੁਰੂ ਨਾਨਕ ਆਏ ਕਹਿੰਦੇ ਓਮ ਨਹੀਂ, ਓਮ ਵੀ ਕਿਤੋਂ ਆਇਆ? ਇੱਕ 'ਚੋਂ ਆਇਆ। ਓਮ ਹੈ ਰਜੋਗੁਣ, ਤਮੋਗੁਣ, ਸਤੋਗੁਣ। ਤੀਆ ਪਾਉਣੇ ਨਾ ਪਹਿਲਾਂ ਊੜੀ ਦਾ। ਰਜੋਗੁਣ, ਤਮੋਗੁਣ, ਸਤੋਗੁਣ, ਤਿੰਨਾਂ ਗੁਣਾਂ ਵਿੱਚ ਵਸੇ ਸਾਰੀ ਦੁਨੀਆ। ਇੱਥੋਂ ਚੌਥਾ ਪਦ ਆ ਗਿਆ। ਚੌਥੇ ਵਿੱਚ ਸਾਧੂ ਤੁਸੀਂ ਬੈਠੇ ਹੋ। ਚੌਥੇ ਵਿੱਚ ਸਾਧੂ ਰਹਿੰਦੇ, ਜਿਹੜੇ ਸਤਸੰਗ ਵਿੱਚ ਬਹਿੰਦੇ ਆ। ਉਦੋਂ ਫਿਰ ਬੈਠੇ ਕੀ ਕਰਦੇ ਨੇ? ਇੱਕ ਇਸ਼ਾਰਾ ਵਿਦਿਆ ਹੈ। ਜਿਵੇਂ ਇੱਥੇ ਬੈਠੇ ਬੈਠੇ ਆਪਾਂ ਕਹਿੰਦੇ ਅੱਖਾਂ ਨਾਲ ਹੀ ਕਹਿੰਦੇ ਵੀ ਚੱਲੀਏ, ਬੋਲਦੇ ਤਾਂ ਨਹੀਂ, ਇਸ਼ਾਰਾ। ਉਹ ਇਸ਼ਾਰਾ ਕਿੱਥੇ ਆ? ਸਤਨਾਮ ਤੇ। ਔਰ ਸਤਨਾਮ ਦੇ ਉੱਤੇ ਇਸ਼ਾਰਾ। ਕਹਿੰਦੇ ਜੇ ਤੂੰ ਇੱਕ ਦੇ ਲੜ ਲੱਗ ਕੇ ਰਜੋ ਤਮੋ ਸਤੋ ਵਿੱਚੋਂ ਸੁਰਤੀ ਕੱਢ ਲਈ ਤਾਂ ਸਤਨਾਮ ਦੇ ਚਰਨਾਂ 'ਚ ਜੁੜ ਜਾਏ। ਇਹਨੂੰ ਸੋਹੰ ਜਾਪ ਕਹਿੰਦੇ ਹੈ, ਜਿਹੜਾ ਸੁਤੇ ਸਿੱਧ ਹਿਰਦੇ ਵਿੱਚੋਂ ਚੱਲ ਰਿਹਾ, ਚਾਹੇ ਰਾਤ ਹੈ ਦਿਨ ਹੈ,
ਸੁਤੇ ਸਿੱਧ। ਔਰ ਚੌਥਾ ਜਿਹੜਾ ਹੈ ਉਹ ਹੈ ਸੰਤੋਖ ਤੇ ਸਿਮਰਨ ਵਿੱਚ ਰੱਜੀ ਆਤਮਾ ਸਤਨਾਮ ਹੈ। ਉਹ ਸਤਨਾਮ ਸਤ 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 ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਹੁਣ ਸਤਨਾਮ ਤੇ ਹੁਣ ਜਿਹੜਾ ਪੰਜਵਾਂ ਗੁਣ ਹੈ ਉਹ ਹੈ ਸਹਿਜ ਤੇ ਧਿਆਨ ਵਿੱਚ ਰੰਗੀ ਆਤਮਾ। ਉਹ ਵਾਹਿਗੁਰੂ ਨਾਲ ਜੁੜ ਜਾਂਦੀ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਵਾਰ ਵਾਹਿਗੁਰੂ ਕਹਿਣ ਤੋਂ ਪਹਿਲਾਂ ਕਿੰਨੀਆਂ ਕਲਾਸਾਂ ਕਲੀਅਰ ਕਰਨੀਆਂ ਪੈਣੀਆਂ। ਮੈਥੇਮੈਟੀਕਲੀ ਹੈ, ਇਹ ਐਵੇਂ ਨਹੀਂ ਹੈ। ਇਹਨੂੰ ਕਹਿੰਦੇ ਨੇ ਬਿਨ ਗੁਣ ਕੀਤੇ ਭਗਤ ਨਾ ਹੋਏ। ਇਹ ਸਾਰੀ ਪੜ੍ਹਾਈ ਕਿਹਦੇ ਕੋਲ ਆਈ ਹੈ? ਭਾਈ ਤਾਰੂ ਸਿੰਘ ਕੋਲ। ਭਾਈ ਤਾਰੂ ਸਿੰਘ ਦੇ ਜਿਹੜੇ ਪਿਤਾ ਸੀ ਨਾ, ਸ਼ਹੀਦ ਭਾਈ ਤਾਰੂ ਸਿੰਘ ਦੇ ਪਿਤਾ ਸ਼ਹੀਦ ਭਾਈ ਜੋਧ ਸਿੰਘ ਸੀ। ਉਧਰੋਂ ਸ਼ਹੀਦੀ ਪਾ ਰਹੇ ਨੇ ਭਾਈ ਜੋਧ ਸਿੰਘ ਜੀ, ਉਧਰੋਂ ਭਾਈ ਤਾਰੂ ਸਿੰਘ ਦਾ ਜਨਮ ਹੋ ਰਿਹਾ 1777 ਬਿਕਰਮੀ ਸੰਮਤ, ਔਰ ਈਸਵੀ ਸੀ ਉਦੋਂ 1720। ਉਹਨਾਂ ਦਾ ਜਨਮ ਹੁੰਦਾ ਹੈ, ਪਿਤਾ ਦਾ ਸਾਇਆ ਜਾਂਦਾ ਹੈ। ਇੱਕ ਸ਼ਹੀਦ ਦੇ ਘਰ ਇੱਕ ਸੁੰਦਰ ਪੁੱਤਰ ਦਾ ਜਨਮ ਹੁੰਦਾ ਹੈ, ਔਰ ਮਾਤਾ ਧਰਮ ਕੌਰ ਦੀ ਕੁੱਖੋਂ ਇੱਕ ਉਹਨਾਂ ਦੀ ਭੈਣ, ਉਹ ਗੁਰਮੁਖ ਪਿਆਰੇ, ਉਹਨਾਂ ਦਾ ਜਨਮ ਹੁੰਦਾ ਹੈ। ਭੈਣ ਭਰਾ ਮਾਤਾ ਰੋਜ਼ਾਨਾ ਇੱਕ ਤਾਂ ਜਦੋਂ ਦੇਖੋ ਦੁੱਖ ਲੱਗਦਾ ਨਾ, ਜਦੋਂ ਕੋਈ ਨਾ ਕੋਈ ਘਟਨਾਵਾਂ ਵਾਪਰਦੀਆਂ ਨੇ, ਉਹਨਾਂ 'ਚੋਂ ਸਿੱਖਦਾ ਹੈ। ਹੁਣ ਲਾਹੌਰ ਸ਼ਹਿਰ ਗੁਰਮੁਖ ਪਿਆਰੇ, ਉੱਥੋਂ ਮਾਤਾ ਜੀ ਗੁਰੂ ਨਾਨਕ ਦੀ ਬਾਣੀ ਦੇ ਨਾਲ ਭਾਈ ਤਾਰੂ ਸਿੰਘ ਜੀਆਂ ਨੂੰ ਜੋੜਦੀ ਹੈ। ਭਾਈ ਤਾਰੂ ਜਿਹੜੀ ਮਾਤਾ ਭੈਣ ਤਾਰੂ ਹੈ, ਔਰ ਤਾਰ ਕੌਰ ਵੀ ਇਤਿਹਾਸ 'ਚ ਹੈ। ਛੋਟੇ ਨਿਕਨੇਮ ਆਪਾਂ ਰੱਖ ਲੈਣੇ ਆ। ਬੜੇ ਪਿਆਰ ਦੇ ਨਾਲ ਜੀਵਨ ਕੱਢ ਰਹੇ ਨੇ। ਔਰ ਸਿੱਖ ਦਾ ਫਰਜ਼ ਹੈ ਕਿ ਜੋ ਕੋਈ ਬਾਹਰੋਂ ਆਉਂਦਾ ਤੁਹਾਨੂੰ ਮਿਲਣ, ਕਦੇ ਜਿੰਦਾ ਨਾ ਲਾਇਓ, ਕਿਤੇ ਜਿੰਦਾ ਐਸਾ ਲੱਗ ਜੇ ਨਾ ਮੁੜ ਕੇ ਖੁੱਲ੍ਹਣਾ ਵੀ ਨਹੀਂ। ਗੁਰੂ ਦੇ ਸਿੱਖ ਦਾ ਫਰਜ਼ ਹੈ ਵੀ ਲੰਗਰ ਚੱਲਦਾ ਰਹੇ। 2 ਲੰਗਰ ਨੇ, ਇੱਕ ਸ਼ਬਦ ਦਾ ਲੰਗਰ, ਇੱਕ ਤਨ ਦੀ ਖੁਰਾਕ, ਇੱਕ ਮਨ ਦੀ ਖੁਰਾਕ। ਬੈਠ ਕੇ ਘੰਟਾ ਗੱਪਾਂ ਮਾਰੋਗੇ, 12 ਵਜੇ ਤੱਕ ਗੱਪਾਂ ਮਾਰੋਗੇ, ਤੁਹਾਡੇ ਕੁਛ ਵੀ ਲੇਖੇ ਨਹੀਂ ਆਉਣਾ। ਕਿਤੇ ਗੁਰੂ ਨਾਨਕ ਦੀ ਸਾਖੀ ਤੋਰ ਲਓ, ਕਿਤੇ ਸਤਿਗੁਰਾਂ ਦੀਆਂ ਸਿੱਖਿਆਵਾਂ ਦੀ ਗੱਲ ਕਰ ਲਓ, ਕਿਉਂਕਿ ਜਿੱਧਰ ਨੂੰ ਮਨ ਲਾ ਲਓਗੇ ਉੱਧਰ ਨੂੰ ਹੀ ਚੱਲ ਪੈਂਦਾ ਹੈ। ਹੁਣ ਮਾਤਾ ਦੀ ਲੋਰੀ, ਜਿਵੇਂ ਮਾਤਾ ਗੁਜਰ ਕੌਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲੋਰੀ ਪਤਾ ਕਾਹਦੀ ਦਿੰਦੇ ਹੁੰਦੇ ਸੀ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨਿਹਾਰ ਪੈ ਨਹੀਂ ਜਾਂ ਕੈ ਕੰਚਨ ਮਾਟੀ ਮਾਨੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਦੁੱਖ ਹੈ, ਦੁੱਖ ਨੂੰ ਮਹਿਸੂਸ ਹੀ ਨਹੀਂ ਕਰਦਾ। ਖੁਸ਼ੀਆਂ ਨੇ, ਉਹਨੂੰ ਵੀ ਨਹੀਂ ਅਸਰ, ਨਾ ਗਮ ਦਾ ਨਾ ਖੁਸ਼ੀ ਦਾ। ਇੱਕ ਭਗਤ ਦੇ ਮਨ ਤੇ ਕੋਈ ਅਸਰ ਨਹੀਂ। ਪਿਆਰਿਓ, ਜੇ ਆਨੰਦਪੁਰ ਸਾਹਿਬ ਤਖਤਾਂ ਤੇ ਬੈਠੇ ਨੇ, ਕਲਗੀ ਲੱਗੀ ਹੈ 1.25 ਲੱਖ ਦੀ, 1.25 ਲੱਖ ਦੇ ਚੰਦੋਏ ਥੱਲਾਂ ਬੈਠੇ ਨੇ, 1.25 ਲੱਖ ਦੇ ਪੀੜੇ ਤੇ ਬੈਠੇ ਨੇ, ਔਰ ਪ੍ਰਸਾਦੀ ਹਾਥੀ ਚਰਨ ਧੋਂਦਾ ਹੈ ਤੇ ਬਾਜ਼ ਉਡਾਰੀਆਂ ਮਾਰ ਕੇ ਸਤਿਗੁਰਾਂ ਦੀ ਬਖਸ਼ਿਸ਼ ਲੈਂਦਾ ਹੈ। 52 ਕਵੀ ਸਾਹਮਣੇ ਬੈਠੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਕ ਇੱਕ ਵਚਨ ਨੂੰ ਆਪਣੀ ਕਾਵਿ ਸ਼ੈਲੀ ਦਾ ਸ਼ਿੰਗਾਰ ਬਣਾਉਂਦੇ ਹੈ। ਔਰ ਮਾਂ ਗੁਜਰ ਕੌਰ ਅਸੀਸ ਦਿੰਦੀ ਹੈ। 2 ਸੱਜੇ ਤੇ 2 ਖੱਬੇ ਸਾਹਿਬਜ਼ਾਦੇ ਗੁਰਦੇਵ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖਿਆ ਨੂੰ ਮਨ ਦੇ ਚਿੰਤਨ 'ਚ ਫਿੱਟ ਕਰਦੀ ਹੈ। ਜੇ ਐਸੀ ਅਵਸਥਾ 'ਚ ਬੈਠੇ ਹੈ, ਕੋਈ ਖੁਸ਼ੀ ਨਹੀਂ। ਜੇ ਆਨੰਦਪੁਰ ਸਾਹਿਬ ਛੱਡ ਦਿੱਤਾ, ਸਾਰਾ ਪਰਿਵਾਰ ਵਾਰ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਡਿਆਂ ਤੇ ਸੁੱਤੇ ਪਏ ਐ, ਕੁਛ ਵੀ ਕੋਲ ਨਹੀਂ, ਤਾਂ ਵੀ ਕਹਿੰਦੇ ਨੇ ਯਾਰੜੀ ਦਾ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਉੱਥੇ ਵੀ ਖੁਸ਼ ਨੇ, ਗਮਾਂ 'ਚ ਖੁਸ਼ ਨੇ, ਤੇ ਖੁਸ਼ੀਆਂ ਦੇ ਵਿੱਚ ਗਮ ਮਹਿਸੂਸ, ਨਾ ਗਮੀ ਦਾ ਨਾ ਖੁਸ਼ੀ ਦਾ। ਦੇਖੋ ਮਾਂ ਦੀ ਲੋਰੀ
ਤੇ ਅੱਜ ਵੀ ਮਾਂ ਲੋਰੀ ਦਿੰਦੀ ਹੈ, ਪੂਤਾ ਮਾਤਾ ਕੀ ਅਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਅੱਜ ਵੀ ਮਾਵਾਂ ਲੋਰੀਆਂ ਦਿੰਦੀਆਂ। ਔਰ ਗੁਰਮੁਖ ਪਿਆਰਿਓ, ਜਿਹੜੀਆਂ ਸਿਆਣੀਆਂ ਮਾਵਾਂ ਨੇ, ਕਿਉਂਕਿ ਗੁਰਦੇਵ ਮਾਤਾ ਔਰ ਮਾਂ ਦਾ ਦਰਜਾ ਵੱਡਾ ਪਿਆਰਿਓ। ਇੱਕ ਗੱਲ ਯਾਦ ਰੱਖਿਓ, ਸਾਈਕਾਲੋਜਿਸਟ ਨੇ ਜਿਹੜੇ, ਉਹ ਕਹਿੰਦੇ ਨੇ ਵੀ 85% ਜੇ ਬੱਚਾ ਵੇਖਣਾ ਹੈ ਉਹਦੀ ਮਾਂ ਨੂੰ ਚੈੱਕ ਕਰਿਓ। 85% ਬੱਚੇ ਦੇ ਜਿਹੜੇ ਗੁਣ ਨੇ ਉਹਦੀ ਮਾਂ 'ਚ ਮੌਜੂਦ ਨੇ। ਜੇ ਉਹ ਗਲਤ ਹੈ ਤਾਂ ਮਾਂ ਵੀ ਗਲਤ ਹੈ। ਮੈਨੂੰ ਮਾਫ ਕਰ ਦੇਣਾ ਪਿਆਰਿਓ। ਇਹ 85% ਜੇ ਮਾਂ ਸਿਮਰਨ 'ਚ ਰੱਜੀ ਹੋਈ ਹੈ, ਉਹਦਾ ਪੁੱਤ ਵੀ ਰੱਜਿਆ ਹੋਏਗਾ। 10% ਸਿਰਫ ਟੀਚਰ ਦੇ ਹਿੱਸੇ ਆਉਂਦੇ ਹੈ, ਉਹਦੀ ਪਰਸਨੈਲਿਟੀ ਨੂੰ ਨਿਖਾਰਦਾ ਹੈ, ਤੇ ਸਿਰਫ 5% ਉਹਦੇ ਆਪ ਦੇ ਗੁਣ ਹੁੰਦੇ ਹੈ। ਇਸ ਕਰਕੇ ਮਾਵਾਂ ਦਾ, ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਪਟਿਆਲੇ ਚਲੇ ਗਏ। ਮਹਾਰਾਜਾ ਪਟਿਆਲੇ ਨੇ ਕਿਹਾ ਵੀ ਮੇਰੇ ਚਰਨ ਪਾਓ। ਚਰਨ ਪਾਏ। ਹੁਣ ਜਦੋਂ ਚਰਨ ਪਾਏ ਗੁਰਮੁਖ ਪਿਆਰੇ, ਉੱਥੇ ਪ੍ਰਸਾਦਾ ਛਕਾਇਆ। ਧਿਆਨ ਦੇਣਾ ਪਿਆਰਿਓ। ਹੁਣ ਜਦੋਂ ਅਰਦਾਸ ਕੀਤੀ, ਅੰਨ ਪਾਣੀ ਗੁਰੂ ਕਾ ਟਹਿਲ, ਤੇਰੇ ਨੌਕਰਾਂ ਚਾਕਰਾਂ ਦੀ। ਵਾਹਿਗੁਰੂ ਨੌਕਰਾਂ ਚਾਕਰਾਂ ਨੂੰ ਚੜ੍ਹਦੀ ਕਲਾ 'ਚ ਰੱਖੀ। ਮਹਾਰਾਜਾ ਪਟਿਆਲਾ ਕਹਿੰਦਾ ਜੀ ਸਾਡਾ ਤਾਂ ਨਾਂ ਹੀ ਨਹੀਂ ਲਿਆ। ਕਹਿੰਦਾ ਨਾ ਤਾਂ ਪਾਣੀ ਛਕਾਇਆ, ਨਾ ਤਾਂ ਲੰਗਰ ਛਕਾਇਆ, ਨਾ ਤਾਂ ਪਕਾਇਆ। ਤੇਰੀ ਮੈਂ ਝੂਠੀ ਅਰਦਾਸ ਗੁਰੂ ਦੇ ਚਰਨਾਂ 'ਚ ਕਿਵੇਂ ਕਰਦੀ ਹਾਂ। ਇੱਕ ਮਾਈ ਉੱਥੇ, ਜਿਹਨੂੰ ਆਪਾਂ ਸਰਵੈਂਟ ਰੂਮ ਕਹਿੰਦੇ ਆ, ਉਹ ਆਈ, ਕਹਿੰਦੀ ਬਾਬਾ ਤਰਸਿਆ ਮੇਰੀ ਕੁੱਲੀ ਨੂੰ ਵੀ ਭਾਗ ਲਾ ਦਿਓ। ਚਲੋ ਉੱਥੇ ਕਹਿੰਦੀਆਂ ਮੇਰਾ ਬੱਚਾ ਜੀ ਸਿਰਗਟਾਂ ਪੀਣ ਲੱਗ ਗਿਆ, 12 ਸਾਲ ਦਾ ਹੋਇਆ, ਸਾਡੇ ਘਰ 'ਚ ਤਾਂ ਸਿਰਗਟ ਕਿਤੇ ਵੜੀ ਵੀ ਨਹੀਂ। ਮਾਤਾ ਜਲ ਪਾਣੀ ਲੈ ਕੇ ਆ। ਇਉਂ ਦੱਸ ਆਹੀ ਕਮਰੇ 'ਚ ਬੈਠੀ ਸੀ ਜਦੋਂ ਬੱਚਾ ਪੇਟ 'ਚ ਪਲ ਰਿਹਾ ਸੀ? ਹਾਂ ਬਾਬਾ ਜੀ ਮੈਂ ਇੱਥੇ ਹੀ ਪੈਂਦੀ ਹੁੰਦੀ। ਆਹ ਜਿਹੜਾ ਫੋਟੋ ਲੱਗਿਆ ਹੋਇਆ ਇਹ ਉਦੋਂ ਵੀ ਸੀ? ਹਾਂ ਉਦੋਂ ਦੇ ਹੀ ਹੈ। ਇੱਕ ਐਕਟਰ ਦੀ ਫੋਟੋ ਲੱਗੀ ਹੈ ਸਿਰਗਟ ਪੀਂਦੇ ਦੀ। ਰੋਜ਼ ਉੱਠ ਕੇ ਉਹਨੂੰ ਵੇਖਦੀ ਹੈ। ਜੈਸਾ ਮਨ ਤੈਸਾ ਪ੍ਰਕਾਸ਼। ਕਹਿੰਦੇ ਫਿਰ ਤੂੰ ਤਾਂ ਪੇਟ 'ਚ ਹੀ ਪਿਉਣ ਲੱਗ ਗਈ ਸੀ ਮਾਤਾ। ਜੇ ਸੁਖਮਨੀ ਸਾਹਿਬ ਦਾ ਪਾਠ ਕਰਦੀ, ਜਪਜੀ ਸਾਹਿਬ ਦਾ ਪਾਠ ਕਰਦੀ, ਚੰਗੀਆਂ ਕਿਤਾਬਾਂ ਪੜ੍ਹਦੀ, ਚੰਗੇ ਗੁਣਾਂ ਵਿੱਚ ਰਹਿੰਦੀ, ਤੇਰੇ ਪੁੱਤ ਨੂੰ ਸਮਝਾਉਣ ਦੀ ਲੋੜ ਨਹੀਂ ਸੀ ਪੈਣੀ। ਜਪੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰਮੁਖ ਪਿਆਰਿਓ, ਸਤਿਗੁਰਾਂ ਦੇ ਚਰਨਾਂ 'ਚ ਉਹ ਅਸੀਸਾਂ ਮਾਂ ਦੇ ਰਹੀ ਹੈ। ਭਾਈ ਤਾਰੂ ਸਿੰਘ, ਬੇਟਾ ਤੇਰੇ ਪਿਤਾ ਜੀ ਵੀ ਸੰਗਤ ਦੀ ਸੇਵਾ ਕਰਦੇ ਸੀ, ਸਿਮਰਨ ਕਰਦੇ ਸੀ। ਦੋਵੇਂ ਭੈਣ ਭਰਾ, 25 ਸਾਲ ਦੀ ਉਮਰ ਹੈ, ਅਵਸਥਾ 'ਚ ਪਹੁੰਚੇ ਹੈ। ਹਾਲਾਤ ਬੜੇ ਖਰਾਬ ਸੀ। ਔਰ ਗੁਰਮੁਖ ਪਿਆਰਿਓ, ਹਾਲਾਤ ਜਦੋਂ ਖਰਾਬ ਸੀ, ਉਸ ਟਾਈਮ ਮੁਗਲ ਸਲਤਨਤ ਉਹਨਾਂ ਦਾ ਰਾਜ ਸੀ। ਉਹ ਨਹੀਂ ਚਾਹੁੰਦੇ ਕਿ ਸਿੱਖ ਇੱਥੇ ਦਿਸੇ। ਉਹ ਨਹੀਂ ਸੀ ਚਾਹੁੰਦੇ ਵੀ ਸਿੱਖ ਇੱਥੇ ਰਹਿਣ। ਉਹਨਾਂ ਦਾ ਜ਼ੋਰ ਹੀ ਇਹ ਸੀਗਾ। ਤਾਂ ਲਾਹੌਰ ਦੇ ਨਵਾਬ ਦਾ ਇਹ ਹੁਕਮ ਸੀ ਕਿ ਮੇਰੇ ਰਾਜ ਦੇ ਵਿੱਚ ਕੋਈ ਸਿੱਖ ਨਹੀਂ ਰਹਿਣਾ ਚਾਹੀਦਾ। ਔਰ ਗੁਰਮੁਖ ਪਿਆਰਿਓ, ਇਹੀ ਹਾਲਾਤ ਹੋਏ। ਇੱਧਰੋਂ ਭਾਈ ਜਿਹੜੇ ਤਾਰੂ ਸਿੰਘ ਸੀ, ਇਹ ਜਿਹੜੇ ਜੰਗਲਾਂ ਦੇ ਵਿੱਚ ਆਪਣੇ ਸਿੱਖ ਟਾਵਾਂ ਟਾਵਾਂ ਰਹਿੰਦੇ ਨੇ, ਉਹਨਾਂ ਦੀ ਸੇਵਾ ਦੇ ਵਿੱਚ ਜੁਟਿਆ ਹੋਇਆ। ਘਰੋਂ ਲੰਗਰ ਤਿਆਰ ਕਰਦੇ ਨੇ ਭੈਣ ਤਾਰੋ ਔਰ ਗੁਰਮੁਖ ਪਿਆਰਿਓ। ਦੋਵੇਂ ਜਾਣੇ ਭਾਈ ਤਾਰੂ ਸਿੰਘ ਲੰਗਰ ਤਿਆਰ ਕਰਕੇ ਉਹਨਾਂ ਸਿੱਖਾਂ ਨੂੰ ਸਿਖਾਉਂਦੇ ਹੈ, ਉਹਨਾਂ ਦੀ ਸੇਵਾ ਕਰਦੇ ਹੈ। ਇਸ ਤਰ੍ਹਾਂ ਦੇ ਹਾਲਾਤ ਜਾਂਦੇ ਜਾਂਦੇ ਇੱਕ ਗੁਰਮੁਖ ਪਿਆਰਿਓ, ਸੂਏ ਹੁੰਦੇ ਆਪਾਂ ਨੂੰ ਪਤਾ ਵੀ ਜੇ ਸਿੱਖ ਕੌਮ 'ਚ ਗਦਾਰ ਨਾ ਹੋਣ ਤਾਂ ਸਿੱਖਾਂ ਨੂੰ ਕੋਈ ਢਾਹ ਨਹੀਂ ਸਕਦਾ। ਸਿੱਖੀ ਨੂੰ ਖਤਮ ਕਰਨ ਵਾਸਤੇ ਸਿੱਖੀ ਨੇ, ਬਾਹਰਲਾ ਕੋਈ ਨਹੀਂ ਹੈ। ਯਾਦ ਰੱਖਿਓ ਤੁਸੀਂ। ਬ੍ਰੀਲੀਅੰਟ ਮਾਈਂਡ ਨੇ ਜਿਹੜੇ ਸਿੱਖੀਜ਼ਮ ਦੇ ਵਿੱਚ ਪੈਦਾ ਹੋਏ ਹੈ, ਉਹਨਾਂ ਨੂੰ ਵੀ ਅੱਜ ਕੋਈ ਸਤਿਕਾਰ ਨਹੀਂ ਦਿੱਤਾ ਜਾ ਰਿਹਾ। ਔਰ ਗਿਆਨੀ ਦਿੱਤ ਸਿੰਘ ਵਰਗੇ, ਜਿਨ੍ਹਾਂ ਨੇ ਦੁਨੀਆ ਹਿਲਾ ਦਿੱਤੀ ਸੀ ਪਿਆਰਿਓ, ਔਰ ਵੱਡੀਆਂ ਵੱਡੀਆਂ ਕਾਨਫਰੰਸਾਂ ਦੇ ਵਿੱਚ ਉਹਨਾਂ ਨੇ ਸਿੱਖੀਜ਼ਮ ਦੇ ਨਾਲ, ਸਿੱਖ ਫਿਲਾਸਫੀ ਦੇ ਨਾਲ, ਸਿੱਖ ਇਨਕਲਾਬ ਕਹਿ ਲਓ, ਉਹਨਾਂ ਨੇ ਜਦੋਂ ਗੱਲ ਕਰਨੀ ਤਾਂ ਸਾਰੇ ਨੀਵੀਆਂ ਪਾ ਜਾਂਦੇ ਸੀ।
इस तरह ये तो एवं गल्लां ही है, क्योंकि जिहड़ा सिखिज्म आ वो कुछ ऐसे लोगों की मुट्ठी विच आ चुके है जिहड़े नास्तिक पुरुष ने। क्योंकि सिखिज्म सिख थ्योरी नूं, सिੱਖੀ धर्म नूं, गुरबाणी नूं गुरु नानक पातशाह ने कहा सी, घर घर अंदर धर्मसाल होवै कीर्तन सदा विसोहा। घर घर दे अंदर जदों गुरु नानक दी बाणी दा सुनेहा चलिया गया, इत्थे ना हिंदू वीर दुखी रहू, ना मुसलमान भरा दुखी रहू, क्योंकि उपदेश चौं वर्ना को साझा। कोई दुनिया ते ऐसा ग्रंथ नहीं जिहड़ा सारे लोकां नूं अपनी गोद च बिठा के कहे कि आओ बई आओ, जो जपेगा उहदा उधार होएगा, आवो सिख सतगुरु के प्यारिओ, गावो हो सच्ची बाणी। भाई तारू सिंह सूईया ने उन्होंने गुरमुख प्यारिओ दसना कीता है, और इत्थों भी हालात पहुंचे, क्योंकि घबराउंदे नहीं। भाई तारू सिंह दे कोल कोई डर नहीं, निरभौ जपे। जदों निरभौ हो के, निरभौ है ना बनाया खालसी, निर्वैर भी बनाया। इत्थे एक कंसैप्ट मैं होर क्लीयर करा कि जदों मैं उच्ची विद्या प्राप्त कर रहा सी, उस टाइम एक बुक लिखनी पैंदी है। वो बुक लिख के सीनियर प्रोफैसर नूं देनी पैंदी है। वो फिर पढ़ के उहदा एक मुखबंद हुंदा मूहरे, वो फिर लिखदा है उहनूं। इसे तरह गुरु ग्रंथ साहब की जो सारी एक ओंकार तो लेके 18 10 20 तक बाणी रची गई, ਇਹਦਾ ਜਿਹੜਾ ਮੇਨ ਨਿਚੋੜ ਹੈ ਉਹ ਜਪਜੀ ਸਾਹਿਬ ਹੈ। ਜਿਹਨੇ ਜਪਜੀ ਸਾਹਿਬ ਦਾ ਸੁਨੇਹਾ ਅੰਦਰ ਟਕਾ ਲਿਆ, ਸਮਝੋ ਗੁਰੂ ਦੀ ਬਾਣੀ ਸਾਰੀ ਲੈ ਲਈ। ਜਪਜੀ ਸਾਹਿਬ ਦਾ ਜਿਹੜਾ ਮੇਨ ਮੋਟਿਵ ਹੈ ਉਹ ਮੂਲ ਮੰਤਰ ਹੈ। ਮੂਲ ਮੰਤਰ ਜਿਹੜਾ ਉਹ ਗੁਰਮੰਤਰ ਮੇਨ ਮੋਟਿਵ ਹੈ, ਵਾਹਿਗੁਰੂ ਗੁਰਮੰਤਰ। ਔਰ ਗੁਰਮੁਖ ਪਿਆਰੇ ਉਹ ਜਿਹੜਾ ਮੂਲ ਮੰਤਰ ਹੈ, ਇਹ ਵੀ ਕਈ ਵਾਰ ਆ ਜਾਂਦਾ ਜੀ ਕਿੱਥੇ ਤੱਕ ਹੈ। ਇੱਕ ਓਂਕਾਰ ਗੁਰੂ ਨਾਨਕ ਪਾਤਸ਼ਾਹ, सतनाम गुरु अंगद देव, करता गुरु अमरदास, पुरख गुरु रामदास, निरभौ गुरु अर्जन देव। तत्ती तवी तो इन्हां नाल बैठे, उबलदा रेता भी पै रहा। साई मियाँ मीर कहता भी जे हुक्म करो दिल्ली ते लाहौर की इट ना इट करखा दें, फना कर दें। गुरु अर्जन पातशाह कहते सिख धर्म दे विच करामात नूं कोई थां नहीं है। ਹੁਣ ਨਾਲ ਤਾਂ ਜਪਜੀ ਸਾਹਿਬ ਦਾ ਪਾਠ ਕਰੀ ਜਾਂਦੇ, ਨਾਲ ਧਾਗੇ ਤਵੀਤ ਪਾਈ ਫਿਰਦੇ ਆ, ਫਿਰ ਗੁਰੂ ਛੋਟੇ ਤੇ ਯਕੀਨ ਕਿੱਥੇ ਕਰੇਗਾ। ਨਾਲ ਤਾਂ ਪੰਡਤਾਂ, ਮੈਂ ਟਰਾਂਟੋ 'ਚ ਵੀ ਲਾਇਆ, ਮੈਂ ਸਾਰੇ ਘੁੰਮ ਰਿਹਾ, ਵੇਖ ਰਿਹਾ ਵੀ ਮਾਨਸਿਕਤਾ ਸਾਡੀ ਕਿੱਥੇ ਖੜੀ ਹੈ। ਜਿੰਨੀ ਮਾਨਸਿਕਤਾ ਤੁਹਾਡੇ ਵਿੱਚ ਆ ਕਰਮਕਾਂਡਾਂ ਦੀ ਖੜੀ ਹੈ, ਮੈਨੂੰ ਲੱਗਦਾ ਹਿੰਦੂਆਂ 'ਚ ਨਹੀਂ ਹੈਗੀ ਇੰਨੀ। ਸਿੱਖਾਂ ਦੇ ਘਰ ਦਾ ਜਨਮ ਹੋਵੇ ਤੇ ਮੜੀਆਂ ਮਸਾਣਾ, ਪ੍ਰੇਤ ਭੂਤ, ਧਾਗੇ ਤਵੀਤ, ਜਾਦੂ ਟੂਣੇ कमाल कर दी। वो तुसीं उहनूं गुरु नानक ने इहो जिहा बनाया सी। कोशिश करिओ सारे, रब ना किसी दा वैरी वैरी तेरे ऐब बंदे है। याद रख तेर तू पूरा नहीं है, पूरा प्रभ आराध्या, पूरा जाका नाव नानक पूरा पाया, पूरे के गुण गा। गावो संग ते गुण पूरिया गुरां दे, गालै नी जिंदे गुण पूरिया गुरां दे। गावो संग जिन्ना बेजक होके जगोगे उन्नी कृपा होगी। पूरिया गुरां दे गुण पूरिया गुरां दे, पूरिया गुरां दे गुण पूरिया गुरां दे। गावो संग ते गुण पूरिया गुरां दे, गालै नी जिंदे गुण पूरिया गुरां दे। ऐसे पूरे गुर का सुनोपदेश देखो कितना क्लीयर सतगुरु कहते, पूरे गुर का सुनोपदेश पार ब्रह्म निकट कर पीख।
ਅਸੀਂ ਕਹਿੰਦੇ ਹਾਂ ਜੀ ਇੱਥੇ ਸੁਰਤੀ ਟਿਕਾ ਲਓ, ਇੱਥੇ ਜੁੜ ਜਾਓ ਜੀ। ਇੱਕ ਛੋਟਾ ਜਿਹਾ ਕਨਸੈਪਟ ਕਲੀਅਰ ਕਰਾਂ। ਜਦੋਂ ਅਸੀਂ ਛੋਟੇ ਛੋਟੇ ਹੁੰਦੇ ਨਾ, ਸਾਨੂੰ ਮਾਂ-ਬਾਪ ਨੇ ਕਹਿਣਾ ਪੁੱਤ ਫਲਾਨੇ ਦੀ ਘਲਾੜੀ ਚੱਲਦੀ ਹੈ, ਉੱਥੋਂ ਰਾਸ ਲਿਆ। ਅਸੀਂ ਰਾਸ ਲੈਣ ਜਾਣਾ। ਦੇਖੋ ਕਿੰਨਾ ਮਤਲਬ ਜਿਹੜਾ ਕਿਸਾਨ ਭਰਾ ਜੱਟ ਵੀਰ ਆ, ਕਿੱਡਾ ਦਿਲ ਰਿਹਾ। ਉਹ ਭਰ ਕੇ ਡੋਲੂ ਦੇ ਦਿੰਦਾ ਰਸ ਦਾ, ਅਤੇ ਉਹਨੇ ਕਹਿਣਾ ਠਹਿਰ ਠਹਿਰ ਠਹਿਰ, ਐ ਥੋੜ੍ਹਾ 2 ਪੂਰੀਆਂ ਗੰਨੇ ਦੀਆਂ ਤੋੜ ਕੇ ਵਿੱਚ ਰੱਖ ਦਿੰਦਾ ਸੀ। ਹੁਣ ਉਦੋਂ ਦਾ ਪਤਾ ਨਹੀਂ ਲੱਗਿਆ, ਹੁਣ ਪਤਾ ਲੱਗਦਾ। ਉਦੋਂ ਕੋਈ ਕੀਟਨਾਸ਼ਕ ਦਵਾਈਆਂ ਨਹੀਂ ਸੀ ਹੁੰਦੀਆਂ। ਜਿੰਨੀ ਕਣਕ ਦੀ ਲੋੜ ਆ 1-2 ਬੋਰੀਆਂ ਬਾਹਰ ਰੱਖ ਕੇ ਬਾਕੀ ਤੂੜੀ ਵਿੱਚ ਦੱਬ ਦਿੰਦੇ ਸੀ। ਉਦੋਂ ਪਤਾ ਨਹੀਂ ਸੀ ਲੱਗਿਆ, ਹੁਣ ਪਤਾ ਲੱਗਿਆ। ਜੇ ਗੰਨੇ 'ਚੋਂ ਨਿਕਲਿਆ ਰਸ, ਉਹਦੇ ਵਿੱਚ ਗੰਨਾ ਰੱਖਦੇ ਹੋ, ਖੱਟਾ ਨਹੀਂ ਹੁੰਦਾ, ਖਟਾਸ ਨਹੀਂ ਹੁੰਦੀ, ਕਿਉਂਕਿ ਮੂਲ ਨਾਲ ਜੁੜਿਆ ਹੋਇਆ ਹੈ। ਉਹਨੂੰ ਕੱਢ ਦਿਓ ਵਿੱਚੋਂ ਤੇ ਉਹਦੀ ਰਸ ਖੱਟਾ ਹੋ ਜਾਏਗਾ। ਜਦੋਂ ਤੂੜੀ ਜਿੱਥੋਂ ਬੱਲੀ ਪੈਦਾ ਹੋਈ ਹੈ ਉਹ ਨਿੱਕੀ ਨਿੱਕੀ ਹੋ ਗਈ, ਪੂਰੀ ਪੂਰੀ ਹੋ ਗਈ, ਪਰ ਜਦੋਂ ਉਹੀ ਬੀਜ ਉਹਦੇ ਵਿੱਚ ਜਾਂਦਾ ਹੈ ਤਾਂ ਉਹ ਤੂੜੀ ਉਹਨੂੰ ਖਰਾਬ ਨਹੀਂ ਹੋਣ ਦਿੰਦੀ। ਉਹ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੇਰਾ ਮੂਲ ਕਿੱਥੇ ਹੈ, ਇਹਦੀ ਪਹਿਚਾਣ ਕਰ। ਜੇ ਤੂੰ ਵੀ ਇੱਥੇ ਜੁੜਿਆ ਰਹੇਗਾ। ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ। ਔਰ ਗੁਰਮੁਖ ਪਿਆਰਿਓ, ਸਤਿਗੁਰਾਂ ਦੇ ਚਰਨਾਂ ਤੇ ਜਦੋਂ ਕਿਸਾਨ ਭਰਾ ਬੀਜਦਾ ਧਰਤੀ 'ਚ ਹਲ ਦੇ ਨਾਲ, ਮੈਨੂੰ ਇਉਂ ਦੱਸੋ ਵੀ ਉਦੋਂ ਥੱਲੇ ਦੇਖਣ ਜਾਂਦਾ ਹੈ ਵੀ ਬੀਜ ਸਿੱਧਾ ਕਿ ਪੁੱਠਾ ਹੈ? ਬੀਜ ਦੇ ਵਿੱਚ ਆਪਦੀ ਸ਼ਕਤੀ ਹੈ, ਐਨਰਜੀ ਹੈ। ਉਹਨੇ ਧਰਤੀ ਦਾ ਸੀਨਾ ਪਾੜ ਕੇ ਪੈਦਾ ਹੋ ਹੀ ਜਾਣਾ ਹੈ। ਤੁਸੀਂ ਅੰਦਰ ਮੈਸੇਜ ਭੇਜੋ ਗੁਰਬਾਣੀ ਦੇ, ਤੇ ਅੰਦਰੋਂ ਤੁਹਾਡੀ ਕਿਰਪਾ ਹੋ ਹੀ ਜਾਣੀ ਹੈ। ਜਪੋ ਸਤਿਨਾਮ। ਹੁਣ ਗੁਰਮੁਖ ਪਿਆਰਿਓ, ਸਤਿਗੁਰਾਂ ਦੇ ਚਰਨਾਂ 'ਚ ਭਾਈ ਤਾਰੂ ਜੀ CID ਹੁੰਦੀ ਹੈ, ਔਰ ਜਾ ਕੇ ਦੱਸਿਆ ਜਾਂਦਾ ਲਾਹੌਰ ਤਖਤ ਦੇ ਉੱਤੇ ਜ਼ਕਰੀਆ ਖਾਨ ਜਿੰਨਾ ਤੱਕ ਕਹਿੰਦੇ ਸਿੱਖਾਂ ਦੇ 500 200 ਸਿਰ ਵੱਢ ਕੇ ਐ ਉੱਚੀ ਢੇਰੀ ਲਾ ਕੇ ਉਹਦੇ ਉੱਤੇ ਬੈਠ ਕੇ ਖਾਣਾ ਖਾਂਦਾ ਹੁੰਦਾ ਸੀ। ਐਡਾ ਖਤਰਨਾਕ ਬੰਦਾ ਸੀ ਉਹ। ਜ਼ਕਰੀਆ ਖਾਨ ਕਹਿੰਦਾ ਵੀ ਇਉਂ ਕਰੋ, ਜੇ ਕੋਈ ਮੇਰੇ ਰਾਜ ਵਿੱਚ ਕੋਈ ਸਿੱਖ ਹੈ ਜਾਂ ਸਿੱਖਾਂ ਦੀ ਸੇਵਾ ਕਰਦਾ, ਉਹਨੂੰ ਪਕੜੋ। ਔਰ ਗੁਰਮੁਖ ਪਿਆਰਿਓ, ਐਂ ਵੱਡੇ ਵੱਡੇ ਲੰਗਰ ਚੱਲ ਰਹੇ ਨੇ। ਜਿਹੜਾ ਇੱਕ ਪਤੀਲੇ ਤੋਂ ਸ਼ੁਰੂ ਹੋਇਆ ਸੀ, ਕਿਲੋ ਸਬਜ਼ੀ ਦਾਲ ਤੋਂ ਸ਼ੁਰੂ ਹੋਇਆ ਸੀ, ਅੱਜ ਮਨਾ ਦਾਲ ਉਬਲ ਰਹੀ ਹੈ। ਲੰਗਰ ਚੱਲ ਰਹੇ ਨੇ ਔਰ ਲੰਗਰ ਪਹੁੰਚਾਏ ਜਾ ਰਹੇ ਨੇ। ਤੇ ਐਸੀ ਨਿਰਭਉ ਦੀ ਹਾਲਤ ਹੋਈ। ਗੱਲ ਚੱਲਦੀ ਸੀ, ਗੁਰੂ ਅਰਜਨ ਦੇਵ ਮਹਾਰਾਜ ਨਿਰਭਉ ਨੇ, ਨਿਰਵੈਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਅਕਾਲ ਗੁਰੂ ਹਰ ਰਾਏ ਨੇ, ਮੂਰਤ ਗੁਰੂ ਹਰਕ੍ਰਿਸ਼ਨ ਨੇ। ਹਰਕ੍ਰਿਸ਼ਨ ਵਰਗੀ ਮੂਰਤ ਨਹੀਂ ਹੋਣੀ, ਨਾ ਆਈ ਹੈ ਹੁਣ ਤੱਕ। ਅਜੂਨੀ ਗੁਰੂ ਤੇਗ ਬਹਾਦਰ ਨੇ, ਸਹਿਭੰਗ ਗੁਰੂ ਗੋਬਿੰਦ ਸਿੰਘ ਨੇ, ਗੁਰਪ੍ਰਸਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ। ਇਹ ਇਕੱਲੇ ਇਕੱਲੇ ਦਾ ਕੰਪੈਰੀਜ਼ਨ ਕਰੀ ਜਾਇਓ, ਫਿਰ ਤੁਹਾਨੂੰ ਆਪ ਹੀ ਪਤਾ ਲੱਗ ਜੂ, ਕਲੀਅਰ ਹੋ ਜੂਗਾ ਕਨਸੈਪਟ। ਇਹ ਹੈ ਸਾਡਾ ਮੂਲ ਮੰਤਰ। ਇਹ ਆਈਆਂ ਨੇ ਸ਼ਕਤੀਆਂ ਸਾਨੂੰ ਤਾਰਨ ਵਾਸਤੇ। ਅਭੇਦ ਹੋ ਗਈਆਂ ਨੇ, ਪ੍ਰਗਟ ਹੋ ਗਈਆਂ ਸ਼ਬਦ 'ਚ, ਸਰੀਰਕ ਤੌਰ 'ਤੇ ਭੇਦ ਹੋ ਗਈਆਂ, ਔਰ ਸਥੂਲ ਤੋਂ ਸੂਖਸ਼ਮ ਬਣ ਕੇ ਗੁਰਪ੍ਰਸਾਦ ਵਿੱਚ ਟਿਕ ਗਈਆਂ ਨੇ। ਐਸੇ ਗੁਰਮੁਖ ਪਿਆਰਿਓ, ਭਾਈ ਤਾਰੂ ਜੀਆਂ ਨੂੰ ਪਕੜਿਆ ਗਿਆ। ਕਿਉਂਕਿ ਮਹੀਨਾ ਵੀ ਸਾਵਨ ਦਾ ਸੀ। ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਇੱਕੋ ਨਾਮ ਦਾ ਆਧਾਰ ਹੈ, ਇੱਕੋ ਇੱਕ ਦਾ ਹੀ ਆਸਰਾ। ਸਤਿਗੁਰ ਪੂਰਾ ਭੇਟਿਆ ਜਿਨ ਵਣਤ ਵਨਾਈ, ਰਾਮ ਨਾਮ ਔਖਾ ਦੀਆ ਏਕਾ ਲਿਵ ਲਾਈ। ਛੱਡ ਦੋ ਆਸਰੇ ਸਾਰੇ। ਉਹ ਅਸੀਂ ਛੋਟੇ ਛੋਟੇ ਹੁੰਦੇ ਇੱਕ ਕਵੀਸ਼ਰੀ ਜਥਾ ਲੱਗਿਆ, ਉਹ ਕਹਿੰਦੇ ਵੀ ਇੱਕ ਬੰਦਾ ਸੀ, ਕਹਿੰਦੇ ਉਹ ਕ੍ਰਿਸ਼ਨ ਮਹਾਰਾਜ ਨੂੰ ਵੀ ਮੰਨਦਾ ਸੀ, ਭਗਵਾਨ ਰਾਮਚੰਦਰ ਜੀਆਂ ਨੂੰ ਵੀ ਮੰਨਦਾ ਸੀ, ਮਾਤਾ ਸੀਤਾ ਨੂੰ ਵੀ ਮੰਨਦਾ ਸੀ, ਹਨੂਮਾਨ ਨੂੰ ਵੀ ਮੰਨਦਾ ਸੀ। ਕਹਿੰਦੇ ਸਮਾਂ ਆ ਗਿਆ ਅੰਤਲਾ ਸਮਾਂ ਆ ਗਿਆ, ਤੇ ਜਮਗਨ ਕਹਿੰਦੇ ਜਮ ਕੌਣ ਨੇ ਵੀ ਐਵੇਂ ਏਡੇ ਏਡੇ ਨਹੁੰ ਬਣਾ ਕੇ ਵੱਡੇ ਵੱਡੇ ਦੰਦ ਦਿਖਾ ਕੇ ਜਵਾਕਾਂ ਨੂੰ ਡਰਾਈ ਜਾਣੋ। ਜਮ ਸਾਡੇ ਦੁੱਖ ਨੇ। ਦੁੱਖ ਪੈਦਾ ਕਿੱਥੋਂ ਹੋਏ ਨੇ? ਮਨ ਦੇ ਵਿੱਚੋਂ ਪੈਦਾ ਹੋਏ ਹੈ।
ਸਾਡੇ ਮਨ ਨੇ ਦੁੱਖ ਪੈਦਾ ਕਰ ਦਿੱਤੇ। ਦੁੱਖ ਰੂਪੀ ਜਿਹੜੇ ਜਮ ਸਾਨੂੰ ਚਿਮੜੇ ਹੋਏ ਨੇ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਕਰਨੀ ਦਾ ਕੰਮ। ਹੁਣ ਜਦੋਂ ਗੁਰਮੁਖ ਪਿਆਰਿਓ ਉਹ ਦੱਸਿਆ, ਕਹਿੰਦੇ ਵੀ ਉਹ ਜਦੋਂ ਜਾ ਰਿਹਾ ਉਹਨੂੰ ਫੜੀ ਜਾਂਦੇ ਨੇ, ਕਹਿੰਦੇ ਜਮਗਨ। ਉਹ ਕਹਿੰਦੇ ਵੀ ਕੀ ਗੱਲ? ਉਹ ਕਹਿੰਦਾ ਵੀ ਮੈਂ ਤਾਂ ਇੰਨਿਆਂ ਨੂੰ ਧਾਰੀ ਬੈਠਾ ਸੀ, ਕ੍ਰਿਸ਼ਨ ਨੂੰ ਬੁਲਾਇਆ ਵੀ ਤੈਨੂੰ ਯਾਦ ਕੀਤਾ ਸੀ। ਹਾਂਜੀ ਯਾਦ ਕੀਤਾ, ਜਦੋਂ ਮੈਂ ਜਾਣ ਲੱਗਿਆ ਰਾਮਚੰਦਰ ਬੁਲਾ ਲਿਆ। ਫਿਰ ਕਹਿੰਦੇ ਵੀ ਰਾਮਚੰਦਰ ਕੀ ਗੱਲ ਵੀ ਤੈਂ ਇਹਦਾ ਸਤਿਕਾਰਾ ਨਹੀਂ ਕੀਤਾ? ਕਹਿੰਦਾ ਜੀ ਮੈਂ ਤਾਂ ਜਾਣ ਲੱਗੇ ਤੇ ਨੇ ਸੀਤਾ ਯਾਦ ਕਰ ਲਈ। ਉਦੋਂ ਬਾਅਦ ਕਹਿੰਦੇ ਵੀ ਸੀਤਾ ਕਹਿੰਦੀ ਮੈਂ ਜਾਣ ਲੱਗੀ ਸੀ, ਕਹਿੰਦੇ ਹਨੂਮਾਨ ਜਾਣ ਕਰ ਲਿਆ, ਜਾਨੂੰ ਡੁੱਬ ਗਿਆ, ਮਰ ਗਿਆ, ਜਾਨੂੰ ਸਵਾਸ ਨਿਕਲ ਗਈ। ਜੇ ਇੱਕ ਨਾਲ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਕਾ ਆਸਰਾ। ਜਿਨ੍ਹਾਂ ਨੇ ਆਸਰਾ ਆਪਣੇ ਚਿੱਤ ਨੂੰ ਗੁਰੂ ਦੇ ਚਰਨ ਕਮਲ, ਚਰਨ ਕਮਲ ਗੁਰੂ ਦੇ ਕਿਹੜੇ ਨੇ ਬਈ? ਕਿਤੇ ਆ ਪੈਰਾਂ ਨੂੰ ਨਾ ਸਮਝੀ ਆਇਓ। ਗੁਰੂ ਦਾ ਚਰਨ ਸ਼ਬਦ ਹੈ, ਗੁਰੂ ਦਾ ਚਰਨ ਅਸ਼ਟਪਦੀ ਹੈ, ਗੁਰੂ ਦਾ ਚਰਨ ਸ਼ਲੋਕ ਹੈ, ਗੁਰੂ ਦਾ ਚਰਨ ਪੌੜੀਆਂ। ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਿ ਸੰਦਾ। ਇਹ ਜੇ ਕਨਸੈਪਟ ਸਾਡੇ ਚਿੱਤ ਵਿੱਚ ਫਿੱਟ ਹੋ ਜਾਣ, ਪਰਮੇਸ਼ਰ ਸਾਰੇ ਹੈ, ਘਟ ਘਟ ਮੇ ਹਰ ਜੂਬ ਅਸੀਂ ਸਾਰੇ ਹੈ, ਪਰ ਸਾਡੇ ਚਿੱਤ ਵਿੱਚ ਨਹੀਂ ਟਿਕਿਆ। ਜਿੱਦੇ ਚਿੱਤ ਵਿੱਚ ਟਿਕ ਗਿਆ ਨਾ, ਫਿਰ ਆਹ ਦੇਖੋ ਭਾਈ ਤਾਰੂ ਸਿੰਘ ਚਿੱਤ ਵਿੱਚ ਟਿਕ ਗਿਆ ਪਰਮੇਸ਼ਰ। ਉਹਨੂੰ ਕਹਿੰਦੇ ਵੀ ਤੈਨੂੰ ਬੁਲਾਇਆ ਲਾਹੌਰ, ਚਲੋ ਚੱਲਦੀ ਹੈ। ਜਦੋਂ ਜਾਣ ਲੱਗਿਆ ਨਾ, ਮਾਂ ਨੇ ਜਦੋਂ ਘੁੱਟ ਕੇ ਜੱਫੀ ਪਾਈ, ਰੋਈ ਨਹੀਂ ਬੇਟਾ, ਤੂੰ ਬਾਜਾਂ ਵਾਲੇ ਲਾਲਾਂ ਕੋਲ ਜਾਣ ਲੱਗਿਆ, ਡੋਲਣਾ ਨਹੀਂ ਬੇਟਾ। ਤੈਨੂੰ ਇੱਕ ਉਹ ਮੌਤ ਮਿਲਣੀ ਆ ਜਿਹੜੀ ਤੇਰੀ ਸ਼ਾਇਦ ਮਾਂ ਨੂੰ ਨਾ ਮਿਲੇ ਬੇਟਾ, ਜਿਹੜੀ ਤੈਨੂੰ ਮਿਲਣੀ ਹੈ। ਔਰ ਭੈਣ ਤੇ ਭਰਾ ਦਾ ਪਿਆਰ ਬੜਾ ਸੀ। ਜੱਫੀ ਪਾ ਕੇ ਉਹਨੇ ਸੋਚਿਆ ਮੇਰਾ ਭਰਾ ਜਵਾਨ ਹੋ ਗਿਆ 25 ਸਾਲ ਦਾ, ਮੇਰੀ ਮਾਂ ਅਸੀਂ ਸ਼ੇਰੇ ਬੰਨ੍ਹ ਕੇ ਹੁਣ ਵਿਆਹ ਕੇ ਲੈ ਕੇ ਆਵਾਂਗੇ। ਪਰ ਨਹੀਂ ਪਿਆਰਿਓ, ਘੁੱਟ ਕੇ ਜੱਫੀ ਪਾ ਕੇ ਵੀਰ ਨੂੰ ਤੋਰਦੀ ਹੈ। ਤਾਰੂ ਸਿੰਘ ਪਾਈ ਹੋਵੇ, ਖੋਪਰੀ ਲਾਈ ਹੋਵੇ, ਚਰਖੜੀ ਪਵਾਈ ਹੋਵੇ, ਝੂਟਾ ਵੇ ਰੰਗ ਦਾ, ਭਾਈ ਜੀ ਦਿਆਲ ਹੋਵੇ, ਦੇਗ ਦਾ ਉਵਾਲ ਹੋਵੇ, ਵਿੱਚ ਉਹ ਬੈਠਿਆਂ ਸਿੱਖੀ ਦਾਨ ਮੰਗਦਾ। ਗੁਰੂ ਅਰਜਨ ਪਤੀ ਹੋਵੇ, ਰੇਤ ਤੱਤੀ ਤੱਤੀ ਹੋਵੇ, ਤਵੀ ਉੱਤੇ ਬੈਠਿਆਂ ਪਾਣਾ ਮਿੱਠਾ ਲੱਗਦਾ। ਪਿਤਾ ਦਸਮੇਸ਼ ਹੋਵੇ, ਦੁਖੀ ਸਾਰਾ ਦੇਸ਼ ਹੋਵੇ, ਗੁਰੂ ਦਸਮੇਸ਼ ਹੋਵੇ, ਦੁਖੀ ਸਾਰਾ ਦੇਸ਼ ਹੋਵੇ, ਚਾਰ ਲਾਲ ਵਾਰ ਦੇਵੇ ਰੰਗ ਦੇਖੇ ਜੰਗ ਦਾ। ਐਸੀ ਅਵਸਥਾ ਪਿਆਰਿਓ ਕਿਸੇ ਕੌਮ ਨੂੰ ਇੱਕ ਮਿਲ ਜੇ, ਅੱਜ ਉਹ ਸਾਰੇ ਵਿਸ਼ਵ ਨੂੰ ਆਪਦੇ ਵੱਲ ਖਿੱਚਣ ਲੱਗਿਆ। ਉਹ ਤੁਹਾਡੇ ਕੋਲ ਤਾਂ ਐਡਾ ਇਤਿਹਾਸ, ਗੁਰੂ ਦੀ ਬਾਣੀ ਪਿਆਰਿਓ, ਘਰਾਂ ਦਾ ਸ਼ਿੰਗਾਰ ਬਣਾਉਣ ਦੀ ਕੋਸ਼ਿਸ਼ ਕਰੋ। ਭਾਈ ਤਾਰੂ ਸਿੰਘ ਨੂੰ ਪੇਸ਼ ਕੀਤਾ ਗਿਆ। ਕਹਿੰਦੇ ਵੀ ਤੂੰ ਸਿੱਖਾਂ ਦੀ ਸੇਵਾ ਕਰਦਾ, ਕਹਿੰਦੇ ਗੁਰੂ ਦਾ ਉਪਦੇਸ਼ ਆ ਸਾਨੂੰ। ਗੁਰੂ ਕਹਿੰਦਾ ਜਿਹੜਾ ਗੁਰੂ ਦਾ ਸਿੱਖ ਆ, ਲੰਗਰ ਚੱਲੇ ਸ਼ਬਦ ਦਾ ਤੇ ਗੁਰੂ ਦਾ ਲੰਗਰ ਚੱਲੇ, ਉਹ ਮੈਂ ਕਰਨੇ ਹੈ। ਉਹ ਕਹਿੰਦੇ ਵੀ ਵੇਖ ਲੈ, ਜੇ ਇਸਲਾਮ ਕਬੂਲ ਕਰ ਲੇਗਾ ਬਚ ਜਾਏਗਾ। ਕਹਿੰਦੇ ਜਿਹੜਾ ਮੈਂ ਕਬੂਲ ਕਰਨਾ ਸੀ ਮੈਂ ਕਰੀ ਬੈਠਾ। ਔਰ
ਉਹ ਮੈਂ ਕਰੀ ਬੈਠਾ ਕਬੂਲ, ਮੇਰੇ ਰੋਮ ਰੋਮ ਵਿੱਚ ਗੁਰੂ ਦੀ ਬਾਣੀ ਵਸੀ ਹੋਈ ਹੈ। ਕਹਿੰਦੇ ਵੀ ਇਹਨੇ ਮੰਨਣਾ ਨਹੀਂ। ਕਹਿੰਦੇ ਯਾਦ ਰੱਖ, ਕਹਿੰਦੇ ਇਹਦੇ ਸਿਰ ਵਿੱਚ ਜੁੱਤੀਆਂ ਮਾਰ ਮਾਰ ਕੇ ਇਹਦੇ ਕੇਸਾਂ ਨੂੰ ਪੁੱਟਦੇ ਹੋ। ਤੇ ਭਾਈ ਤਾਰੂ ਜੀ ਕੀ ਕਹਿੰਦੇ ਆ? ਕਹਿੰਦੇ ਇਸੇ ਜੁੱਤੀ ਦੇ ਨਾਲ ਤੈਨੂੰ ਮੂਹਰੇ ਲਾਉਂ, ਜਪੋ ਸਤਨਾਮ। ਕਿਉਂਕਿ ਕੇਸਾਂ ਦੀ ਗੱਲ ਆ ਗਈ ਨਾ, ਫਿਰ ਸ਼ਾਇਦ ਉਹਨੂੰ ਉਹਦੇ ਘਰਦਿਆਂ ਨੂੰ ਕੁਛ ਕਹਿ ਦਿੰਦਾ, ਤਾਰੂ ਸਿੰਘ ਨਾ ਬੋਲਦਾ, ਪਰ ਜਦੋਂ ਗੁਰੂ ਦੇ ਕੇਸਾਂ ਦੀ ਗੱਲ ਆ ਗਈ ਨਾ ਪਿਆਰਿਓ, ਤੁਸੀਂ ਹੁਣ ਦੇਖਦੇ ਹੋ ਨਾ ਵੀ ਭੇਡ ਦੇ ਉੱਤੇ ਕਿੰਨੀ ਉੱਨ ਆ ਜਾਂਦੀ ਹੈ। ਗਰਮੀ ਵਿੱਚ ਦੁਖੀ ਹੁੰਦੀ ਹੈ, ਫਿਰ ਉਹਦੀ ਉੱਨ ਲਾਈ ਜਾਂਦੀ ਹੈ, ਪਰ ਉਹ ਇੰਨੀ ਬੇਸ਼ਰਮ ਹੋ ਜਾਂਦੀ ਹੈ ਜਿੰਨਾ ਤੱਕ ਦੁਬਾਰੇ ਉਹਦੇ ਵਾਲ ਨਹੀਂ ਆਉਂਦੇ ਨਾ, ਉਹ ਮੂੰਹ ਚੱਕ ਕੇ ਨਹੀਂ ਤੁਰਦੀ। ਦੇਖ ਲਿਓ ਕਦੇ, ਕਨਸੈਪਟ ਕਲੀਅਰ ਕਰ ਲਿਓ। ਇਹ ਰੂਹਾਨੀ ਅੰਤੀਨੇ ਨੇ, ਇਹ ਰੂਹਾਨੀ ਅੰਤੀਨੇ ਨੇ। ਵੈਸੇ ਵੀ ਵਿਟਾਮਿਨ ਡੀ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਸਾਖਸ਼ਾਤ ਜਿਹੜੇ ਰੋਮ ਨੇ ਉਹਨਾਂ ਦੀ ਸੰਭਾਲ ਕੀਤੀ ਹੈ। ਔਰ ਗੁਰਮੁਖ ਪਿਆਰਿਓ, ਪੀਰ ਬੁੱਧੂ ਸ਼ਾਹ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਰੁਕੇ ਹੋਏ ਹੈ। ਕੋਈ ਨਾ ਮੈਂ ਟਾਈਮ ਦੇ ਵਿੱਚ ਹੀ ਪੂਰਾ ਕਰੂੰਗਾ। ਦੇਖੋ ਮੈਂ ਪਹਿਲੀ ਵਾਰ ਹੁਣੇ ਦਰਸ਼ਨ ਕਰ ਰਹੇ, ਸਾਰੀਆਂ ਚੀਜ਼ਾਂ ਕਲੀਅਰ ਤਾਂ ਕਰਨ ਦਾ ਫਰਜ਼ ਬਣਦਾ ਨਾ। ਇੱਕ ਦਿਨ 'ਚ ਤਾਂ ਸਾਰਾ ਕੁਝ ਕਰਨਾ ਵੀ ਔਖਾ ਹੈ, ਜ਼ਿੰਦਗੀ ਲੱਗ ਜੇ। ਮੈਂ ਬਾਬਾ ਜੀ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ, ਪ੍ਰਬੰਧਕ ਕਮੇਟੀ ਹੈ, ਮੈਂ ਛੇਤੀ 5-10 ਮਿੰਟਾਂ ਵਿੱਚ ਹੀ ਕੋਸ਼ਿਸ਼ ਕਰੂੰਗਾ। ਹੁਣ ਗੁਰਮੁਖ ਪਿਆਰਿਓ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਨਸੈਪਟ ਤੇ ਗੱਲ ਚੱਲ ਰਹੀ ਸੀ। ਚਲੋ, ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਦੋਂ ਇਹ ਕਿਹਾ ਵੀ ਜਿਹੜੀ ਜੁੱਤੀ ਨਾਲ ਤੂੰ ਵਾਲ ਪੁੱਟਣੇ ਚਾਹੁੰਦਾ ਨਾ, ਕਿਉਂਕਿ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਚੁਬਾਰੀ 'ਚ ਨੇ, ਗੁਰੂ ਪਾਤਸ਼ਾਹ ਕੇਸ ਵਾਰ ਰਹੇ ਨੇ ਸਵੇਰੇ, ਤੇ ਪੀਰ ਬੁੱਧੂ ਸ਼ਾਹ ਨੂੰ ਕਹਿੰਦੇ ਵੀ ਬੁੱਧੂ ਸ਼ਾਹ ਤਾਂ ਬੜੀ ਸੇਵਾ ਕੀਤੀ ਹੈ, ਮੰਗਲਾ ਕੀ ਮੰਗਣਾ, ਕਿਉਂਕਿ ਸਾਰੇ ਪੁੱਤਰ ਸ਼ਹੀਦ ਕਰ ਦਿੱਤੀ ਭੰਗਾਣੀ ਯੁੱਧ ਵਿੱਚ। ਪੀਰ ਬੁੱਧੂ ਸ਼ਾਹ ਨੇ 21 ਮੁਹੰਮਦ ਬਖਸ਼ ਬਸਿਆ ਸੀ, ਜਦੋਂ ਘੇਰਾ ਪੈ ਗਿਆ ਸੀ, ਕਹਿੰਦੇ ਗੁਰੂ ਨੂੰ ਫੜਨਾ ਹੈ, ਜੇ ਗੁਰੂ ਨੂੰ ਨਹੀਂ ਫੜਾਉਣਾ ਤਾਂ ਉਹਨੂੰ ਮਾਰ ਕੇ ਉਹਦੀ ਖੂਨ ਦੀ ਬੋਤਲ ਦੇ ਦੇ। ਤਾਂ ਆਪਣੇ ਪੁੱਤਰ ਦਾ ਗੁਰਮੁਖ ਪਿਆਰਿਓ ਸਾਹ ਰਗ ਕੱਟ ਕੇ ਨਾ, ਆਪਣੇ ਪੁੱਤਰ ਦੀ ਪੀਰ ਬੁੱਧੂ ਸ਼ਾਹ ਨੇ ਖੂਨ ਕੱਢ ਕੇ ਬੋਤਲ ਭਰ ਕੇ ਦੇ ਸੀ, ਪੁੱਤ ਮਾਰਤਾ ਸੀ ਵੀ ਗੁਰੂ ਨਹੀਂ ਇਹੋ ਜਿਹਾ ਮਿਲਣਾ। ਔਰ ਗੁਰਮੁਖ ਪਿਆਰਿਓ ਤੇ ਮੁਗਲ ਤੁਰਕ ਪਤਾ ਕੀ ਕਹਿੰਦੇ ਨੇ? ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਖੂਨ ਨਹੀਂ ਬੋਤਲ 'ਚ ਨਹੀਂ ਟਿਕ ਸਕਦਾ। ਐਸੇ ਸਾਡੇ ਨਾਲ ਤਾਂ ਕਿੰਨੇ ਮੁਹੰਮਦਨ ਜਿਹੜੇ ਲੋਕ ਸੀ, ਜਾਂ ਪੀਰ ਬੁੱਧੂ ਸ਼ਾਹ ਵਰਗੇ ਸੀ, ਜਿਹੜੇ ਸਾਡੇ ਨਾਲ ਲਾਹਾ ਲੈ ਗਏ। ਗੁਰੂ ਮਹਾਰਾਜ ਕਹਿੰਦੇ ਮੰਗਲਾ ਕੀ ਮੰਗਣਾ ਹੈ? ਕਹਿੰਦੇ ਮਹਾਰਾਜ ਜੇ ਕਿਰਪਾ ਕਰਦੇ ਹੋ, ਜਿਹੜੇ ਉੱਪਰ ਕੇਸ ਬਾਹ ਰਹੇ ਸੀ ਤੁਸੀਂ, ਉਹ ਕੇਸ ਜਿਹੜੇ ਕੰਘੇ ਵਿੱਚ ਨੇ ਸਮੇਤ ਕੰਘਾ ਮੈਨੂੰ ਦੇ ਦਿਓ, ਮੇਰੀ ਸਾਰਾ ਜੀਵਨ ਸਫਲ ਹੋ ਜਾਊ। ਕਹਿੰਦੇ ਕਿਉਂ ਮੰਗਦਾ? ਕਹਿੰਦੇ ਮਹਾਰਾਜ ਜਦੋਂ ਤੁਸੀਂ ਕੇਸ ਵਾਹੁੰਦੇ, ਤੇਰੇ ਕੇਸਾਂ ਵਿੱਚੋਂ ਮੈਨੂੰ ਸੱਚਖੰਡ ਦੇ ਦਰਸ਼ਨ ਹੋ ਰਹੇ ਸੀ, ਜਪੂ ਸਤਨਾਮ। ਇਹ 'ਚੋਂ ਸੱਚਖੰਡ ਦੇ ਦਰਸ਼ਨ, ਆਹਾ, ਉਹ ਫਿਰ ਸੰਭਾਲ ਕੇ ਵੀ ਰੱਖੇ ਹੋਏ ਸੀ। ਇਹ ਵੀ ਇਤਿਹਾਸ ਇੱਕ ਬਹੁਤ ਵੱਡਾ। ਔਰ ਕਹਿੰਦੇ ਜਿਹੜੇ ਜੁੱਤੀ ਮਾਰ ਕੇ ਤੂੰ ਮੇਰੇ ਕੇਸ ਪੁੱਟਣੇ ਚਾਹੁੰਦਾ ਭਾਈ ਤਾਰੂ ਸਿੰਘ, ਕਹਿੰਦੇ ਯਾਦ ਰੱਖੀ ਇਸ ਜੁੱਤੀ ਨੇ ਤੈਨੂੰ ਮੂਹਰੇ ਲਾਉਣਾ। ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਗੁਰਮੁਖ ਪਿਆਰਿਓ, ਸਤਿਗੁਰਾਂ ਦੇ ਚਰਨਾਂ 'ਚ ਖੋਪੜੀ ਲਾਉਣੀ ਸ਼ੁਰੂ ਕੀਤੀ ਸੱਜੇ ਪਾਸੇ। ਵਾਹਿਗੁਰੂ, ਇੱਥੋਂ ਐ ਰੰਬੀ ਟੱਕ ਮਾਰ ਕੇ ਇੱਥੋਂ ਖੋਪੜੀ ਸਾਰੀ ਤਾਹਾਂ ਚੱਕਦੇ ਐ, ਪਰੇ ਲਾ ਦਿੰਦੇ ਐ। ਭਾਈ ਤਾਰੂ ਸਿੰਘ ਹੱਸ ਰਹੇ ਹੈ। ਕਿੰਨੇ ਦਿਨ ਲੰਘੇ? ਪੂਰੇ 22 ਦਿਨ। ਉਧਰੋਂ ਜਿੱਦਾਂ ਲਾਹਤੀ ਖੋਪੜੀ ਤੇ ਜ਼ਕਰੀਆ ਖਾਨ ਦੇ ਬਾਥਰੂਮ ਦਾ ਬੰਨ ਪੈਂਦਾ ਹੈ, ਸੋਚਦਾ ਮਨਾ ਕਿਸੇ ਪੂਰੇ ਬਲੀ ਔਲੀਏ ਨੂੰ ਮੈਂ ਤੰਗ ਕੀਤਾ ਹੈ। ਔਰ ਫਿਰ ਹਾਲਾਤ ਇਹ ਬਣੇ, ਭਾਈ ਤਾਰੂ ਸਿੰਘ ਨੂੰ ਕਹਿੰਦੇ ਵੀ ਉਹਦਾ ਹੱਲ ਕੀ ਹੈ, ਬਾਥਰੂਮ ਦਾ ਬੰਨ ਕਿਵੇਂ ਖਲੂ? ਗੁਰੂ ਦਾ ਸਿੱਖ ਦੇਖੋ, ਕਹਿੰਦੇ ਆ ਮੇਰੀ ਜੁੱਤੀ ਲੈ ਜਾਓ, ਜਦੋਂ ਸਿਰ 'ਚ ਮਾਰੋਗੇ ਉਦੋਂ ਬੰਨ ਖੁੱਲ੍ਹ ਜਿਆ ਕਰੂਗਾ, ਕਿਰਿਆ ਹੋ ਜਿਆ ਕਰੂਗੀ, ਜਿੰਨਾ ਤੱਕ ਮਾਰੀ ਜਾਓਗੇ ਠੀਕ ਰਹੂ। ਉਧਰੋਂ ਗੁਰਮੁਖ ਪਿਆਰਿਓ 22ਵੇਂ ਦਿਨ ਭਾਈ ਤਾਰੂ ਸਿੰਘ ਗੁਰਸਿੱਖਾਂ ਨੂੰ ਕਹਿੰਦੇ, ਕਿਉਂਕਿ ਪਤਾ ਲੈਣ ਆ ਗਈ ਦੀ ਭਾਈ ਸਵੇਗ ਸਿੰਘ ਜਿਹੜੇ ਚਰਖੜੀਆਂ ਤੇ ਚੜ੍ਹੇ ਸੀ,
ਸਵੇਗ ਸਿੰਘ ਕਹਿੰਦੇ ਤਾਰੂ ਸਿੰਘ ਜੀ ਹੁਕਮ ਕਰੋ, ਚੱਕ ਦੀਏ ਸਾਰਿਆਂ ਨੂੰ। ਉਹ ਕਹਿੰਦੇ ਨਹੀਂ, ਇਹ ਕੰਮ ਨਹੀਂ ਹੈ, ਤੁਸੀਂ ਇੱਕ ਮੇਰੀ ਬੇਨਤੀ ਮੰਨ ਲਓ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਰੋਵਰ ਦੇ ਵਿੱਚੋਂ ਅੰਮ੍ਰਿਤ ਲੈ ਆਓ ਤੇ ਉਹ ਅੰਮ੍ਰਿਤ ਨਾਲ ਮੇਰਾ ਇਸ਼ਨਾਨ ਕਰਾ ਦਿਓ, ਮੈਨੂੰ ਸਤਿਗੁਰ ਉਡੀਕ ਰਹੇ ਹੈ। ਬਸ ਬੋਲੋ ਸਤਿਨਾਮ। ਮੈਨੂੰ ਬਾਜਾਂ ਵਾਲੇ ਉਡੀਕ ਰਹੇ ਹੈ। ਇੱਕ ਨਹੀਂ ਕੀਤਾ ਗਿਆ ਸਤਿਗੁਰਾਂ ਦੇ ਸਰੋਵਰਾਂ 'ਚ, ਜਿਨ੍ਹਾਂ ਬਾਤ 'ਤੇ ਬੜਾ ਕੰਟਰੋਡਕਸ਼ਨ ਹੋ ਰਹੀ ਹੈ। ਔਰ ਗੁਰਮੁਖ ਪੈਰਿਓ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਹੋਏ। ਲਿਆ ਕੇ ਇਸ਼ਨਾਨ ਕੀਤਾ। ਉਧਰੋਂ ਜ਼ਕਰੀਆ ਖਾਨ ਪਾਪੀ ਇੱਥੋਂ ਜਾਂਦਾ ਹੈ ਤੇ ਇੱਧਰੋਂ ਮੇਰੇ ਗੁਰੂ ਦਾ ਸਿੱਖ। ਔਰ ਗੁਰਮੁਖ ਪਿਆਰਿਓ, ਉਹ ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ, ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਬਾਰ ਪਰਿਵਾਰ ਦੇਵੇ, ਪੁੱਤਰਾਂ ਕਹਾਏ ਦੇਵੇ, ਦੇਸ਼ ਕੌਮ ਵਾਸਤੇ ਕੁਰਬਾਨ ਵਾਰ ਵਾਰ ਜੀ। ਐਸਾ ਗੁਰੂ ਜਿਹੜਾ ਗੁਰਮੁਖ ਪਿਆਰਿਓ ਆਪਣੇ ਸਾਰੇ ਪਰਿਵਾਰ ਨੂੰ ਸਿੱਖੀ ਤੋਂ ਵਾਰ ਦੇਵੇ ਤੇ ਵਾਰ ਕੇ ਕਹਿੰਦਾ ਹੋਵੇ, ਪੰਥ ਵਸੇ ਮੈਂ ਉਜੜਾ, ਮੇਰੇ ਮਨ ਚਾਉ ਕਨੇਰਾ। ਉਹਦੇ ਵਾਰਸ ਪੁੱਤ ਧੀ ਬੈਠੇ ਹੋ ਤੁਸੀਂ। ਸੱਚੇ ਪਾਤਸ਼ਾਹ ਦੀ ਕਿਰਪਾ। ਪਿਆਰਿਓ, ਭਾਈ ਤਾਰੂ ਸਿੰਘ ਦਾ ਇਸ਼ਨਾਨ ਕਰਾਇਆ ਔਰ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਕਿਉਂਕਿ ਸਾਵਨ ਸਰਸੀ ਕਾਮਨੀ, ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮਦਾਰ। ਇੱਕ ਨੂੰ ਵਿਛਾਲਿਆ, ਇੱਕ ਦੀ ਪ੍ਰਕਰਮਿਆ ਕਰਦੇ ਹੋਏ ਸੱਚਖੰਡ ਪਹੁੰਚ ਗਏ ਨੇ। ਗੁਰੂ ਦੇ ਚਰਨਾਂ 'ਚ ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ, ਕਿਉਂਕਿ ਉਹਨਾਂ ਦੀ ਸ਼ਹੀਦੀ ਵੀ, ਸਾਵਨ ਦਾ ਮਹੀਨਾ ਵੀ, ਕਿਉਂਕਿ ਬੜਾ ਕੁਛ ਸਾਵਨ ਮਹੀਨੇ, ਜਿਵੇਂ ਹਾੜ ਦਾ ਮਹੀਨਾ ਬੜਾ ਤਪਸ ਦਾ ਮਹੀਨਾ ਹੁੰਦਾ ਹੈ, ਸਾਰੀ ਬਨਸਪਤੀ ਸੁੱਕੀ ਹੁੰਦੀ ਹੈ। ਜਦੋਂ ਸਾਵਨ ਚੜ੍ਹਦਾ, ਮੋਰੀ ਰੁਣ ਚੁਣ ਲਾਇਆ ਸਖੀਏ ਸਾਵਨ ਆਇਆ, ਤੇ ਜੀਵ ਜੰਤੂ ਪਸ਼ੂ ਵੀ ਨੱਚਦੇ ਹੈ। ਤੇ ਜਿਹੜੀ ਜੀਵ ਇਸਤਰੀ ਹੈ, ਜਦੋਂ ਉਹਨੂੰ ਪਰਮੇਸ਼ਰ ਦਾ ਨਾਮ ਮਿਲਦਾ, ਉਸ ਨਾਮ ਦੇ ਵਿੱਚੋਂ ਉਸ ਅੰਮ੍ਰਿਤ ਰਸ ਦੀ ਦਾਤ ਪ੍ਰਾਪਤ ਹੁੰਦੀ ਹੈ, ਫਿਰ ਜੀਵ ਇਸਤਰੀ ਵੀ ਹਰੀ ਭਰੀ ਹੋ ਜਾਂਦੀ ਹੈ, ਉਸ ਮਾਲਕ ਦੇ ਗੀਤ ਗਾਉਂਦੀ ਹੈ। ਜਿਵੇਂ ਗੁਰਮੁਖ ਪਿਆਰਿਓ ਸਾਰੀ ਵਨਸਪਤੀ ਖਿੜ ਜਾਂਦੀ ਹੈ। ਸਰਸੀ ਸਾਰਸ, ਸਾਰਸ ਇਹ ਇੱਕ ਸ਼ਬਦ ਆਉਂਦਾ ਹੈ। ਔਰ ਗੁਰਮੁਖ ਪਿਆਰਿਓ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਰਸੇ ਆਉਂਦਾ ਨਾ, ਸਰਸੇ, ਸਰਸੇ ਸ਼ਬਦ ਨਹੀਂ, ਸਰਸੇ ਰਸ ਨਾਲ ਭਰੇ ਹੋਏ, ਸਰਸੀ ਸਰਸੀ। ਤੇ ਜਿਹੜੀ ਜੀਵ ਇਸਤਰੀ ਹੈ, ਜਦੋਂ ਮਾਲਕ ਦੇ ਨਾਮ ਦੇ ਨਾਲ ਇੱਕਮਿਕ ਹੋ ਜਾਂਦੀ ਹੈ ਰਸਾਂ ਵਿੱਚ, ਇਹ ਰਸ ਇਹ ਰਸ ਭਾਵੇਂ ਉਹ ਰਸ ਨਹੀਂ। ਜੇ ਦੁਨੀਆ ਦੇ ਰਸ 'ਚ ਹੈ ਤਾਂ ਉਹ ਰਸ ਨਹੀਂ, ਜੇ ਉਹ ਰਸ 'ਚ ਤਾਂ ਦੁਨੀਆ ਦੇ ਰਸ ਵਿੱਚ ਨਹੀਂ। ਇਸ ਕਰਕੇ ਉਸ ਦੇ ਲਈ, ਕਿਉਂਕਿ ਸਮਾਂ ਵੀ ਹੋ ਗਿਆ, ਸਤਿਗੁਰੂ ਕਿਰਪਾ ਕਰਨ, ਤੁਹਾਨੂੰ ਔਰ ਸਾਨੂੰ ਗੁਰੂ ਪਾਤਸ਼ਾਹ ਕਿਰਪਾ ਬਖਸ਼ਣ, ਨਾਮ ਦੀਆਂ ਦਾਤਾਂ ਦੇਣ। ਗੁਰੂ ਪਾਤਸ਼ਾਹ ਅਸੀਸਾਂ ਬਖਸ਼ਣ, ਸੰਗਤ ਅਸੀਸ ਬਖਸ਼ੋ ਕਿ ਰਹਿੰਦਾ ਸਮਾਂ ਜੋ ਜੀਵਨ ਦਾ ਗੁਰਸਿੱਖੀ ਦੀ ਸੇਵਾ ਕਰਦਿਆਂ ਲੰਘ ਜਾਏ। ਕਿਉਂਕਿ ਮੈਂ ਆਪਣੇ ਬਾਰੇ ਬਹੁਤਾ ਕੁਛ ਨਹੀਂ ਕਹਿਣਾ ਚਾਹੁੰਦਾ, ਪਤਾ ਸਾਰੀਆਂ ਸੰਗਤਾਂ ਨੂੰ। ਸਰਜੀਤ ਸਿੰਘ ਜੀ ਕਹਿਲ ਬੈਠੇ ਨੇ, ਸਾਡੇ ਗੁਆਂਢੀ ਨਗਰ ਹੈ, ਔਰ ਸ਼ਿੰਗਾਰਾ ਸਿੰਘ ਜੀ ਢਾਲੀਵਾਲ ਸਾਡੇ ਬੈਠੇ ਨੇ, ਜੋ ਇਲਾਕੇ ਦੀ ਬੜੀ ਨਾਮਵਰ ਸ਼ਖਸੀਅਤ ਨੇ। ਔਰ ਗੁਰਮੁਖ ਪਿਆਰਿਓ, ਗੁਰਨਾਮ ਸਿੰਘ ਜੀ ਸੇਖੋਂ ਸਾਹਿਬ, ਜਿਹੜੇ ਇੱਥੇ ਬਹੁਤ ਵਧੀਆ ਗੁਰਮੁਖੀ ਦੀ ਸਿੱਖਿਆ ਬੱਚਿਆਂ ਨੂੰ ਦੇ ਰਹੇ ਨੇ। ਇਹ ਸਾਰੇ ਕਰੋ ਹਿੰਮਤ ਗੁਰਮੁਖ ਪਿਆਰਿਓ, ਜੇ ਤੁਸੀਂ ਇੱਕ ਬੱਚੇ ਨੂੰ ਗੁਰਮੁਖੀ ਸਿਖਾ ਦਿਓ ਤੇ ਸਤਿਗੁਰਾਂ ਦੀ ਅੱਖਰ ਵਿੱਦਿਆ ਦੇ ਦਿਓ ਤਾਂ ਤੁਹਾਡਾ ਬੜਾ ਭਲਾ ਹੋਏਗਾ। ਕਿਉਂਕਿ ਪੰਜਾਬੀ ਨੂੰ ਖਤਮ ਕਰਨ ਵਾਸਤੇ ਬੜੇ ਜੰਮੇ ਆ, ਬੜੀਆਂ ਸਰਕਾਰਾਂ ਜੰਮੀਆਂ। ਮੈਂ ਇੱਕੋ ਹੀ ਕਹਿਣਾ ਹੁੰਦਾ, ਜੇ ਮੇਰਾ ਬਾਪੂ ਗੁਰਮੁਖੀ ਲਿਪੀ 'ਚ ਨਾ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੰਜਾਬੀ ਭਾਸ਼ਾ 'ਚ ਨਾ ਹੁੰਦੀ, ਅੱਜ ਜਿਵੇਂ ਸਾਡੀ ਸੰਸਕ੍ਰਿਤ, ਫਾਰਸੀ, ਉਰਦੂ ਸਾਡੇ ਪੰਜਾਬ ਦੀ ਧਰਤੀ ਤੋਂ ਕਿਨਾਰਾ ਕਰ ਗਈਆਂ ਨੇ, ਸਾਡੀ ਪੰਜਾਬੀ ਨੇ ਵੀ ਕਿਨਾਰਾ ਕਰ ਜਾਣਾ ਸੀ। ਬਚਾਉਣ ਵਾਲਾ ਇੱਕੋ ਹੀ ਮੇਰਾ ਸਤਿਗੁਰ ਹੈ, ਗੁਰੂ ਗ੍ਰੰਥ ਸਾਹਿਬ ਜੀ ਨੇ। ਇਸ ਕਰਕੇ ਆਓ, ਮੈਂ ਬਹੁਤਾ ਅੱਗੇ ਸਮਾਂ ਨਾ ਵਧਾਂ।
ਸਾਰੀਆਂ ਸੰਗਤਾਂ ਤੋਂ ਭੁੱਲਾਂ ਚੁੱਕਾਂ ਦੀ ਮਾਫੀ ਮੰਗਦਾ, ਕਿਉਂਕਿ ਤੁਹਾਡਾ ਮੈਂ ਆਪਣਾ ਬੱਚਾ ਹਾਂ। ਮੈਂ ਕੋਈ ਲਹਿਦਾ ਨਹੀਂ ਹੈਗਾ। ਗੁਰੂ ਕਿਰਪਾ ਕਰਨ। ਸਤਿਗੁਰਾਂ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ। ਕੋਈ ਮੇਰਾ ਮੋਟਿਵ ਇਹ ਵੀ ਨਹੀਂ ਕੋਈ ਮੈਂ ਪੈਸੇ ਇਕੱਠੇ ਕਰਨ ਆਇਆ, ਕਿਉਂਕਿ ਮੇਰੇ 'ਤੇ ਕਿਰਪਾ ਸਤਿਗੁਰਾਂ ਦੀ। ਬੱਚੇ ਮੇਰੇ ਸਾਰੇ PhDਆਂ ਕਰਕੇ ਪ੍ਰੋਫੈਸਰ ਲੱਗੇ ਹੋਏ ਨੇ। ਔਰ ਦਾਸ ਹੁਣੇ ਰਿਟਾਇਰ ਹੋਏ। ਬੜੀ ਸਤਿਗੁਰਾਂ ਦੀ ਕਿਰਪਾ ਹੈ, ਅਤੇ ਉਹਨਾਂ ਨੂੰ ਵੀ ਦਸਵੰਧ ਕੱਢਣ ਬਾਰੇ ਲਾਇਆ ਹੋਇਆ। ਔਰ ਬਾਕੀ ਤੁਹਾਨੂੰ ਸਾਰੀ ਸੰਗਤ ਦੱਸ ਦੇਵੇਗੀ। ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਗੁਰੂ ਕਿਰਪਾ ਕਰਨ ਤੁਹਾਨੂੰ ਔਰ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਗੁਰਬਾਣੀ ਨਾਲ ਜੋੜਨ। ਆਓ ਸਾਰੇ ਆਨੰਦ ਸਾਹਿਬ ਦਾ ਪਾਠ ਕਰੀਏ, ਉਦੋਂ ਬਾਅਦ ਅਰਦਾਸ ਜੋਦੜੀ ਸਾਰੇ ਕਰਕੇ ਫਿਰ ਆਪਾਂ ਗੁਰੂ ਪਾਤਸ਼ਾਹ ਦੀ ਜਿਹੜੀ ਹੁਕਮ ਹੈ, ਜੋ ਅੱਜ ਸਾਵਨ ਮਹੀਨੇ 'ਤੇ ਗੁਰੂ ਸਾਨੂੰ ਪ੍ਰਸਾਦ ਹੁਕਮ ਦਾ ਦੇਣਗੇ, ਵੀ ਕੀ ਹੁਕਮਨਾਮਾ ਬਖਸ਼ਦੇ ਹੈ। ਕੜਾਹ ਪ੍ਰਸਾਦ ਦੀਆਂ ਦੇਗਾਂ ਲੈ ਕੇ ਫਿਰ ਅਗਲਾ ਪ੍ਰਬੰਧਕਾਂ ਤੋਂ ਸਰਵਣ ਕਰਿਓ। ਵਾਹਿਗੁਰੂ ਜੀ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਬਜੀਆਂ। ਰਾਗ ਰਤਨ ਪਰਵਾਰ ਪਰੀਆਂ ਸਾਬਦ ਗਾਵਨ। ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜੀਨੀ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ। ਏ ਮਨ ਮੇਰਿਆ ਤੂੰ ਸਦਾ ਰਹੋ ਹਰਨ। ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਸਾਧ ਅੰਗੀਕਾਰੋ ਕਰੀ ਤੇਰਾ। ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੀ। ਸਾਚੇ ਸਾਹਿਬਾਂ ਕਿਆ ਨਾਹੀ ਕਰ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਹੀ ਸੋ ਪਾਵ। ਸਦਾ ਸਿਵ ਸਲਾਹ ਤੇਰੀ ਨਾਮ ਮਨ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਕਰ ਸ਼ਾਂਤ ਸੁਖ ਮਨ ਐ ਵਸਿਆ। ਜਿਨ ਇੱਛਾ ਸਭ ਪੁਜਾਨ ਸਦਾ ਕੁਰਬਾਨ ਕੀਤਾ। ਗੁਰ ਵੇਟੋ ਜਿਦੀਆਂ ਹੀ ਵਡ। ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਬਾਜੀ। ਘਰ ਸੁਭਾਗੈ ਸ਼ਬਦ ਬਾਜੀ। ਕਲਾ ਜਿਤ ਕਰ ਪੰਚ ਦੂਤ ਉਦਵਾਸ ਕੀਤੇ। ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ। ਤੋ ਜਿਨ ਕੋ ਸੇ ਨਾਮ ਕਹੈ ਨਾਨਕ ਤੈ ਸੁਖ ਹੋਆ। ਤਿਤ ਕਰ ਅਨੰਦ ਬਾਜੀ। ਆਨੰਦ ਸੁਨੋ ਬੜ ਭਾਗ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ। ਦੁਖ ਰੋਗ ਸੰਤਾਪ ਉਤਰੈ। ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿ ਤੇ ਪਵਿੱਤ। ਸਤਿਗੁਰ ਆਪਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੀ। ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ। ਦਿਵਸ ਰਾਤ ਦੁਇ ਦਾਈ ਦਾਇਆ। ਖੇਲੈ ਸਗਲ ਜਗਤ ਚੰਗਿਆਈਆਂ ਬੁਰੀਆਈਆਂ। ਬਾਚੈ ਧਰਮ ਕਰਮੀ ਆਪੋ ਆਪਣੀ। ਕੇ ਨੇੜੇ ਕੈ ਦੂਰ ਜਿਨੀ ਨਾਮ ਧਿਆਇਆ। ਗਏ ਮਸਕਤ ਨਾਨਕ ਤੇ ਮੁਖ ਉਜਲੇ। ਕੀਤੀ ਸੁਟੀ ਨਾਲ ਜਿਨੀ ਨਾਮ ਧਿਆਇਆ। ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ। ਕੀਤੀ ਸੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।